ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਹੁਣ ਪੰਜਾਬ ਦੀਆਂ ਗੱਲਾਂ ਹਰ ਰੋਜ਼ ਤੁਹਾਡੇ ਨਾਲ ਕਰਦੇ ਹਾਂ। ਘੁੰਮ ਫਿਰ ਕੇ ਫਿਰ ਉਹ ਗੱਲ ਆ ਜਾਂਦੀ ਹੈ ਕਿ ਪੰਜਾਬ ਦੇ ਲੋਕ ਇਸ ਵਕਤ ਕਿਸ ਸਥਿਤੀ ਦੇ ਵਿੱਚ ਆਪਣਾ ਜੀਵਨ ਬਿਤਾ ਰਹੇ ਨੇ। ਚਾਹੇ ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਵੇ, ਚਾਹੇ ਉਹ ਪੋਲੀਟੀਕਲ ਵੈਕਿਊਮ ਹੋਵੇ, ਚਾਹੇ ਉਹ ਇਕਨੋਮਿਕ ਕੰਡੀਸ਼ਨ ਹੋਵੇ, ਚਾਹੇ ਉਹ ਐਗਰੀਕਲਚਰ ਹੋਵੇ, ਚਾਹੇ ਉਹ ਇੰਡਸਟਰੀ ਹੋਵੇ। ਹੁਣੇ ਮੀਂਹ ਬਹੁਤ ਪੈ ਕੇ ਚੁੱਕੇ ਨੇ। ਮੁਆਵਜ਼ੇ ਦਾ ਕਿੱਦਾਂ ਹਾਲ ਬਣੂਗਾ, ਇਹ ਵੀ ਕਿਸਾਨਾਂ ਵਾਸਤੇ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਸੋ ਇਹ ਤਮਾਮ ਗੱਲਾਂ ਉਸ ਤੋਂ ਬਾਅਦ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖਦੇ ਹੋਏ ਜੋ ਹੋਰ ਮੁਹਿੰਮਾਂ ਸ਼ੁਰੂ ਹੋ ਗਈਆਂ ਨੇ। ਰਾਹੁਲ ਗਾਂਧੀ ਦਾ ਐਪੀਸੋਡ ਅਲੱਗ ਰਿਹਾ, ਹਿੰਡਨਬਰਗ ਦੀ ਰਿਪੋਰਟ ਅਲੱਗ ਰਹੀ, BBC ਦੀ ਇੰਟਰਵਿਊ ਜੋ ਉੱਥੋਂ ਡਾਕੂਮੈਂਟਰੀ ਬਣੀ ਉਹਦੀ ਇੱਕ ਰਿਪੋਰਟ ਅਲੱਗ ਰਹੀ। ਸੋ ਇਹ ਤਮਾਮ ਗੱਲਾਂ ਔਰ ਹੁਣ PM ਦੀ ਐਜੂਕੇਸ਼ਨ ਦੇ ਉੱਤੇ ਕੇਜਰੀਵਾਲ ਲਗਾਤਾਰ ਗੱਲਬਾਤ ਕਰ ਰਹੇ ਨੇ। ਨਾਲ ਇੱਕ ਮੁਹਿੰਮ ਚੱਲਦੀ ਪਈ ਹੈ, ਪੋਸਟਰ ਮੁਹਿੰਮ PM ਮੋਦੀ ਨੂੰ ਲੈ ਕੇ ਆਮ ਆਦਮੀ ਪਾਰਟੀ ਚਲਾ ਰਹੀ ਹੈ। ਸੋ ਇਹ ਤਮਾਮ ਗੱਲਾਂ ਇੱਕ ਅਜੀਬ ਜਿਹਾ ਸਿਨੈਰੀਓ ਬਣਿਆ ਹੋਇਆ ਹੈ। ਆਮ ਲੋਕ, ਆਮ ਜਨਤਾ ਕਹਿੰਦੀ ਹੈ ਕਿ ਅਸੀਂ ਕੀ ਕਰੀਏ, ਸਾਡੇ ਪੱਲੇ ਕੀ ਪੈਣਾ ਹੈ, ਸਰਕਾਰਾਂ ਨੇ ਸਾਡੇ ਪੱਲੇ ਕੀ ਪਾਉਣਾ ਹੈ, ਇਹ ਦੱਸੋ ਸਾਡਾ ਜੀਵਨ ਕਿੰਨਾ ਕੁ ਸੁਖਾਵਾਂ ਹੋਣਾ ਹੈ। ਕਿਉਂਕਿ ਇਹਨਾਂ ਤਮਾਮ ਗੱਲਾਂ ਦਾ ਸਾਡੇ ਜੀਵਨ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ, ਅਸੀਂ ਇਹਦੇ ਵਿੱਚੋਂ ਕੀ ਖੱਟਣਾ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਉਹੀ ਕੋਸ਼ਿਸ਼ ਅੱਜ ਕਰਨ ਲੱਗੇ ਹਾਂ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਪਵਨਦੀਪ ਸ਼ਰਮਾ। ਵੈਲਕਮ ਪਵਨ ਜੀ ਪੰਜਾਬ ਚਰਚਾ ਵਿੱਚ। ਧੰਨਵਾਦ ਸੰਜੀਵ ਜੀ ਔਰ ਪੰਜਾਬ ਮੇਲ USA TV ਦੇਖ ਰਹੇ तमाम ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪਵਨ ਜੀ, ਇਹ ਕੀ ਬਣਿਆ ਹੋਇਆ ਇਹਦੇ ਵਿੱਚ? ਆਮ ਲੋਕ ਕੀ ਕਰਨ? ਆਮ ਲੋਕਾਂ ਦੇ ਪੱਲੇ ਕੁਝ ਨਹੀਂ ਪੈ ਰਿਹਾ। ਆਮ ਲੋਕਾਂ ਦੇ ਕੰਮ ਦੀ ਗੱਲ ਇਹਦੇ ਵਿੱਚ ਹੈ ਕੀ? ਐਜ਼ ਐਨ ਐਕਸਪਰਟ ਤੁਸੀਂ ਕੀ ਫੀਲ ਕਰਦੇ ਹੋ? ਦੇਖੋ, ਜੋ ਓਵਰਆਲ ਸਿਨੈਰੀਓ ਪੰਜਾਬ ਦੀ ਰਾਜਨੀਤੀ ਔਰ ਓਵਰਆਲ ਸਥਿਤੀ ਦੇ ਵਿੱਚ ਬਣਿਆ ਹੋਇਆ ਇਸ ਵੇਲੇ ਸਾਨੂੰ ਦੇਖਣ ਨੂੰ ਸਾਹਮਣੇ ਮਿਲ ਰਿਹਾ, ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸੇ ਵੀ ਸੈਕਟਰ ਦੇ ਵਿੱਚ, ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਕਿਸੇ ਵੀ ਰਾਜਨੀਤਿਕ ਹਾਲਾਤ ਦੇ ਵਿੱਚ ਪੰਜਾਬ ਦੇ ਸਾਰੇ ਸੀਜ਼ ਜਿਹੜੇ ਉਹ ਸੁਖਾਵੇਂ ਸਾਨੂੰ ਨਜ਼ਰ ਨਹੀਂ ਆ ਰਹੇ। ਸਪੈਸ਼ਲੀ ਜੇ ਸਟਾਰਟ ਆਫ ਦੇ ਵਿੱਚ ਅਸੀਂ ਬਿਜਲੀ ਬੋਰਡ ਦੀ ਗੱਲ ਕਰੀਏ, PSPCL ਦੀ ਗੱਲ ਕਰੀਏ, ਵੱਡੇ ਵਿੱਤੀ ਖਸਾਰੇ ਵੱਲ, ਵਿੱਤੀ ਘਾਟੇ ਵੱਲ ਇਹ ਤੁਰਦਾ ਸਾਨੂੰ ਦਿਸ ਰਿਹਾ ਹੈਗਾ। ਔਰ ਜਿੰਨੇ ਸਰਕਾਰੀ ਇਦਾਰੇ ਹੈਗੇ ਆ, ਵੱਖ-ਵੱਖ ਡਿਪਾਰਟਮੈਂਟਸ ਹੈਗੇ ਆ, ਲਗਭਗ 2600 ਕਰੋੜ ਰੁਪਇਆ ਉਹਨਾਂ ਦਾ ਵੀ ਪੈਂਡਿੰਗ ਇਸ ਡਿਪਾਰਟਮੈਂਟ ਵੱਲ ਹੈਗਾ। ਬਹੁਤ ਸਾਰੇ ਸਰਕਾਰੀ ਇਦਾਰੇ, ਚਾਹੇ ਉਹ ਸਰਕਾਰੀ ਹਸਪੀਟਲਸ ਹੋਣ, ਥਾਣੇ ਹੋਣ, ਕਚਹਿਰੀਆਂ ਦੇ ਕਈ ਦਫ਼ਤਰ ਹੋਣ, ਹੋਰ ਕਈ ਚੀਜ਼ਾਂ ਹੋਣ, ਜਿਹੜੇ ਬਿਜਲੀ ਬੋਰਡ ਨੂੰ ਪੇਮੈਂਟ ਹੀ ਨਹੀਂ ਕਰਦੇ। ਕਈ ਜਗ੍ਹਾ ਦੇ ਉੱਤੇ ਤੇ ਸਰਕਾਰੀ ਮੀਟਰਸ ਵੀ ਨਹੀਂ ਲੱਗੇ ਹੋਏ। ਸੋ ਇਦਾਂ ਦੀਆਂ ਚੀਜ਼ਾਂ ਸਾਨੂੰ ਸਾਹਮਣੇ ਦੇਖਣ ਨੂੰ ਮਿਲ ਰਹੀਆਂ। ਲਾਅ ਐਂਡ ਆਰਡਰ ਦੀ ਸਥਿਤੀ ਵੀ ਸਾਡੇ ਸਾਹਮਣੇ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਵੱਡੇ ਸਿਨੈਰੀਓ ਕ੍ਰੀਏਟ ਹੋਏ, ਜਿਹਦੇ ਵਿੱਚ ਅੰਮ੍ਰਿਤਪਾਲ ਦਾ ਮਾਮਲਾ ਸਾਹਮਣੇ ਆਇਆ। ਉਹਦੇ ਵਿੱਚ ਅਜੇ ਤੱਕ ਵੀ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਅੰਮ੍ਰਿਤਪਾਲ ਸਿੰਘ ਨਹੀਂ ਆਏ। ਸੋ ਇਸ ਕਰਕੇ ਇਹ ਵੀ ਸਾਰੀ ਜਿਹੜੀ ਇਦਾਂ ਦੇ ਹਾਲਾਤ ਪੈਦਾ ਹੋ ਗਏ ਕਿ ਜਿਹੜੇ ਪੰਜਾਬ ਦੇ ਵਾਸੀ ਆ ਔਰ ਨੈਸ਼ਨਲੀ ਔਰ ਇੰਟਰਨੈਸ਼ਨਲੀ ਜਿਹੜਾ ਪੰਜਾਬੀ ਡਾਇਸਪੋਰਾ ਹੈਗਾ, ਉਹਦੀ ਜਿੱਥੇ ਬਦਨਾਮੀ ਵੀ ਵੱਡੇ ਲੈਵਲ ਦੇ ਉੱਤੇ ਹੁੰਦੀ ਆ, ਉੱਥੇ ਭੰਬਲ ਭੂਸੇ ਦੇ ਵਿੱਚ ਵੀ ਪੰਜਾਬੀ ਲੋਕ ਜਿਹੜੇ ਇਸ ਵੇਲੇ ਪਏ ਹੈਗੇ ਨੇ, ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਕਮੀ ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਡਰ ਭੈ ਦਾ ਮਾਹੌਲ ਜਿਹੜਾ ਬਣਿਆ। ਔਰ ਉਹਦੇ ਵਿੱਚ ਦੇਖੋ ਜਿਹੜੀ ਕਮਿਊਨਿਟੀ ਪੰਜਾਬ ਦੇ ਵਿੱਚ ਮੈਜੋਰਿਟੀ ਦੇ ਵਿੱਚ ਹੈਗੀ, ਉਹ ਨੈਸ਼ਨਲੀ ਮਾਈਨੋਰਿਟੀ ਦੇ ਵਿੱਚ ਹੈਗੀ ਆ। ਔਰ ਜਿਹੜੀ ਕਮਿਊਨਿਟੀ ਮਾਈਨੋਰਿਟੀ ਦੇ ਵਿੱਚ ਹੈਗੀ ਆ ਸਟੇਟ ਪੰਜਾਬ ਦੇ ਵਿੱਚ, ਉਹ ਨੈਸ਼ਨਲੀ ਮੈਜੋਰਿਟੀ ਦੇ ਵਿੱਚ ਹੈਗੀ ਆ। ਤੇ ਦੋਨਾਂ ਤਬਕਿਆਂ ਦੇ ਵਿੱਚ ਹੀ ਕਿਸੇ ਨਾ ਕਿਸੇ ਤਰ੍ਹਾਂ ਦਾ ਭੈ ਦਾ ਮਾਹੌਲ ਬਣਿਆ ਹੋਇਆ। ਔਰ ਪਿਛਲੇ ਸਮੇਂ ਦੇ ਵਿੱਚ G20 ਵੀ ਜਿਹੜਾ ਅੰਮ੍ਰਿਤਸਰ ਨੂੰ ਮਿਲਿਆ ਸੀ। ਪੰਜਾਬ ਦੇ ਵਿੱਚ G20 ਦੇ ਬਹੁਤ ਸਾਰੇ ਲੀਡਰਸ ਜਿਹੜੇ ਆ ਉਹ ਅੰਮ੍ਰਿਤਸਰ ਪਹੁੰਚੇ। ਔਰ ਉਹਨਾਂ ਦਿਨਾਂ ਦੇ ਵਿੱਚ ਹੀ ਇਦਾਂ ਦੇ ਵੱਡੇ ਐਪੀਸੋਡ, ਪੈਰਾਮਿਲਟਰੀ ਫੋਰਸਿਸ ਲੱਗਣੀਆਂ, ਅੰਮ੍ਰਿਤਪਾਲ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਉਣਾ, ਫਿਰ ਇਹ ਨਿਊਜ਼ ਚੈਨਲ ਦੇ ਵਿੱਚ ਚੱਲਣਾ, ਚੈਨਲਸ ਦੇ ਵਿੱਚ ਚੱਲਣਾ ਕਿ ਅੰਮ੍ਰਿਤਪਾਲ ਜਿਹੜਾ ਉਹ ਇੱਧਰ ਚਲੇ ਗਿਆ, ਉੱਧਰ ਚਲੇ ਗਿਆ, ਜੇ ਪੰਜਾਬ ਦੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਇਆ, CCTV ਫੁਟੇਜਸ ਆਉਣੀਆਂ, ਹੋਰ ਸਾਰੀਆਂ ਚੀਜ਼ਾਂ ਆਉਣੀਆਂ। ਇਹ ਸਾਰੀਆਂ ਚੀਜ਼ਾਂ ਨੇ ਇੱਕ ਇਦਾਂ ਦਾ ਸੀਨ ਪੰਜਾਬ ਦੇ ਵਿੱਚ ਕ੍ਰੀਏਟ ਕਰਕੇ ਰੱਖ ਦਿੱਤਾ ਕਿ ਜਿੱਦਾਂ ਨੈਸ਼ਨਲੀ ਔਰ ਇੰਟਰਨੈਸ਼ਨਲੀ ਪੰਜਾਬ ਦਾ ਇੱਕ ਛਵੀ ਇਦਾਂ ਦੀ ਕ੍ਰੀਏਟ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਲਾਅਲੈਸਨੈਸ ਹੈਗੀ ਆ। ਔਰ ਇਹ ਵੀ ਗੱਲ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖੀ ਕਿ ਵੱਡੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਦੇ ਵਿੱਚੋਂ ਇੰਟਰਵਿਊ ਜਿਹੜਾ ਉਹ ਬਾਹਰ ਆ ਜਾਂਦਾ। ਉਹਦੇ ਵਿੱਚ ਵੀ ਲੋਕ ਇਸ ਗੱਲ ਤੋਂ ਬੜੇ ਹੈਰਾਨ ਨੇ ਕਿ ਜੇਲ੍ਹਾਂ ਦੇ ਵਿੱਚ ਇਦਾਂ ਦੇ ਵਾਈਫਾਈ ਨੈਟਵਰਕਸ, ਮੋਬਾਈਲ ਫੋਨਸ ਜਾਂ ਇੰਟਰਵਿਊ ਕਰਨ ਲਈ ਜਿਹੜੇ ਸਾਜੋ ਸਮਾਨ ਦੀ ਜ਼ਰੂਰਤ ਹੁੰਦੀ ਆ, ਆਪਰੇਟਸ ਦੀ ਜ਼ਰੂਰਤ ਹੁੰਦੀ ਆ, ਉਹ ਉਹਨਾਂ ਨੂੰ ਮੁਹੱਈਆ ਕਿਹਨੇ ਕਰਾਇਆ ਔਰ ਕਿਸ ਤਰ੍ਹਾਂ ਹੋ ਜਾਂਦਾ। ਸੋ ਇਸ ਕਰਕੇ ਇਹਦੀ ਵੀ ਕਲੈਰਿਟੀ ਅਜੇ ਨਹੀਂ ਬਣ ਪਾਈ। ਜੇ ਪੰਜਾਬ ਦੇ DGP ਨੇ ਉਸ ਸਮੇਂ ਵੱਖ-ਵੱਖ ਤਸਵੀਰਾਂ ਜਾਰੀ ਕੀਤੀਆਂ ਲਾਰੈਂਸ ਬਿਸ਼ਨੋਈ ਦੀਆਂ, ਜੇ ਇਹ ਦੱਸਿਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਨਹੀਂ ਹੋਈ, ਤੇ ਜਿਹੜੀ ਤਸਵੀਰ ਉਹਨਾਂ ਨੇ ਜਾਰੀ ਕੀਤੀ ਸੀ
ਤੇ ਉਸ ਤੋਂ ਬਾਅਦ ਦੂਸਰੀ ਪਾਰਟ ਵੀ ਇੰਟਰਵਿਊ ਦਾ ਆ ਜਾਂਦਾ ਹੈ। ਉੱਥੋਂ ਵੀ ਇਹ ਸਮਝ ਆਉਂਦਾ ਹੈ ਕਿ ਫਿਰ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬਹੁਤ ਭਿਆਨਕ ਹੈਗੀ ਆ। ਹੋਮ ਡਿਪਾਰਟਮੈਂਟ ਨੂੰ ਪੰਜਾਬ ਦੀਆਂ ਜਿਹੜੀਆਂ ਖੂਫੀਆ ਏਜੰਸੀਜ਼ ਹੈਗੀਆਂ ਜਾਂ ਕਿਸੇ ਤਰ੍ਹਾਂ ਦੀ ਵੀ ਪੁਲਿਸ ਫੋਰਸ ਏਜੰਸੀ ਹੈਗੀ ਆ, ਡਿਪਾਰਟਮੈਂਟਸ ਹੈਗੇ ਨੇ, ਉਹਨਾਂ ਦੇ ਸਿਰ ਪੈਰ ਤੇ ਬਿਲਕੁਲ ਇਹ ਗੱਲ ਲੱਗ ਹੀ ਨਹੀਂ ਰਹੀ। ਉਹਨਾਂ ਦੇ ਸਿਰ ਦੇ ਉੱਪਰੋਂ ਇਹ ਗੱਲਾਂ ਜਾ ਰਹੀਆਂ ਹੈਗੀਆਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਕੀ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਤੀਵਿਧੀਆਂ ਇਹ ਕੌਣ ਕਰ ਰਿਹਾ, ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ, ਕਿਸ ਤਰ੍ਹਾਂ ਇਹਨਾਂ ਨੂੰ ਟੈਕਲ ਕੀਤਾ ਜਾਣਾ। ਇਹ ਸਾਰੀਆਂ ਸਥਿਤੀਆਂ ਦੇ ਉੱਤੇ ਪੰਜਾਬ ਦੇ ਵਿੱਚ ਇਸ ਵੇਲੇ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਬੜੇ ਵੱਡੇ ਫੇਲੀਅਰ ਵੱਲ ਗਈ ਹੈਗੀ ਆ। ਸੋ ਇੱਥੋਂ ਸਾਨੂੰ ਸਿੱਧਾ ਸਮਝ ਆ ਰਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਵੀ ਪੰਜਾਬ ਦੇ ਵਿੱਚ ਕੋਈ ਸੁਖਾਲੇ ਹਾਲਾਤਾਂ ਦੇ ਵਿੱਚ ਨਹੀਂ ਹੈਗੀ ਔਰ ਲੋਕ ਮਹਿੰਗਾਈ ਦੀ ਮਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਿਤੇ ਗਰੀਬ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਕਿਤੇ ਲੋਕਾਂ ਦੇ ਨਾਲ ਜੇ ਆਪਣੇ ਹੱਕ ਹਕੂਕ ਦੀ ਗੱਲ ਕਰਦੇ ਆ ਤੇ ਉਹਨਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਹੈ। ਕਿਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਲੋਕ ਧਰਨੇ ਤੇ ਬੈਠ ਜਾਂਦੇ ਨੇ, ਕਿਤੇ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਲੋਕ ਬੈਠ ਜਾਂਦੇ ਨੇ, ਕਿਤੇ ਲੋਕਲ ਲੋਕ ਬੈਠ ਜਾਂਦੇ ਨੇ, ਕਿਸੇ ਧਰਮ ਜਾਂ ਖਾਸ ਤਬਕੇ ਦੇ ਨਾਲ ਜੁੜੇ ਹੋਏ ਲੋਕ ਜਾ ਕੇ ਧਰਨਿਆਂ ਦੇ ਉੱਤੇ ਬੈਠ ਜਾਂਦੇ ਨੇ। ਇੱਥੋਂ ਸਾਨੂੰ ਸਮਝ ਆ ਰਿਹਾ ਕਿ ਪੰਜਾਬ ਦੇ ਵਿੱਚ ਜਿੱਦਾਂ ਦੀ ਸਥਿਤੀ ਰਵਾਇਤੀ ਸਰਕਾਰਾਂ ਵੇਲੇ ਹੁੰਦੀ ਸੀ ਉਹਦੇ ਨਾਲੋਂ ਬਿਹਤਰ ਤੇ ਕੀ ਹੋਣੀ ਸੀ, ਬਦਤਰ ਹਾਲਾਤ ਇਸ ਵੇਲੇ ਸਾਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ। ਔਰ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਦੇਖ ਲਿਆ ਕਿ ਨਵਜੋਤ ਸਿੰਘ ਸਿੱਧੂ ਆਪਣੀ ਸਜ਼ਾ ਪੂਰੀ ਕਰਕੇ ਪਟਿਆਲਾ ਜੇਲ੍ਹ ਤੋਂ ਰਿਹਾ ਹੋ ਕੇ ਉਸ ਤੋਂ ਬਾਅਦ ਸਿੱਧਾ ਅਟੈਕਿੰਗ ਮੋਡ ਦੇ ਵਿੱਚ ਹੀ ਬਾਹਰ ਆਉਂਦੇ ਨੇ ਔਰ ਮੂਸੇਵਾਲਾ ਦੇ ਘਰ ਵੀ ਜਾਂਦੇ ਨੇ ਔਰ ਉੱਥੇ ਆਪਣੇ ਪ੍ਰੈਸ ਸੰਬੋਧਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਦੇ ਨੇ, ਲਾਅ ਐਂਡ ਆਰਡਰ ਦੇ ਉੱਤੇ ਸਵਾਲ ਚੁੱਕਦੇ ਨੇ, ਭਗਵੰਤ ਸਿੰਘ ਮਾਨ ਦੀ ਕਾਰਜਕਾਰੀ ਦੇ ਉੱਤੇ ਸਵਾਲ ਚੁੱਕਦੇ ਨੇ ਔਰ ਉਹ ਇਹ ਵੀ ਗੱਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਇਸ ਆਮ ਆਦਮੀ ਪਾਰਟੀ ਸਰਕਾਰ ਕੋਲ ਇੱਕ ਅਜਿਹਾ ਪੁਲਿਸ ਆਫੀਸਰ ਜੋ ਕਿ ਮੌਜੂਦਾ ਇਸ ਵੇਲੇ ਐਮਐਲਏ ਹੈਗਾ, ਜਿਸਨੇ ਆਪਣੀ ਆਈਪੀਐਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਦੇ ਵਿੱਚ ਪੈਰ ਧਰਿਆ ਸੀ ਔਰ ਅੱਛੀ ਲੀਡ ਦੇ ਨਾਲ ਆਪਣੇ ਹਲਕੇ ਤੋਂ ਜਿੱਤ ਕੇ ਪੰਜਾਬ ਸਰਕਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਔਰ ਬਰਗਾੜੀ, ਕੋਟਕਪੁਰਾ ਜਾਂ ਬੇਦਬੀ ਮਾਮਲਿਆਂ ਦੇ ਵਿੱਚ ਵੱਡੀ ਰਾਜਨੀਤੀ ਹੋਣ ਦੇ ਬਾਵਜੂਦ ਵੀ, ਉਹਨਾਂ ਦੀਆਂ ਬਹੁਤ ਸਾਰੀਆਂ ਰਿਪੋਰਟਸ ਸਾਹਮਣੇ ਆਉਣ ਦੇ ਬਾਵਜੂਦ ਵੀ ਉਹ ਇਸ ਵੇਲੇ ਮੌਜੂਦਾ ਸਰਕਾਰ ਨੇ ਉਹਨਾਂ ਦੀ ਕੋਈ ਓਨੀ ਸਾਰ ਨਹੀਂ ਲਈ, ਜਿਹਦੇ ਤਹਿਤ ਉਹਨਾਂ ਨੇ ਦੱਸਿਆ ਨਵਜੋਤ ਸਿੰਘ ਸਿੱਧੂ ਨੇ ਕਿ ਉਸੇ ਹੀ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਹ ਮੁੱਖ ਮੰਤਰੀ ਦੇ ਨਾਲ ਉਸ ਸਮੇਂ ਦੇ ਕੰਟੈਂਪਰੇਰੀ ਮੁੱਖ ਮੰਤਰੀ ਦੇ ਨਾਲ ਬਹੁਤ ਵਾਰੀ ਲੜ ਕੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਐਸਐਸਪੀ ਲਵਾਇਆ ਸੀ ਔਰ ਬਹੁਤ ਫੇਵਰਟ ਆਫੀਸਰ ਹੁੰਦੇ ਸੀ ਇਹ ਬਹੁਤ ਸਾਰੇ ਲੋਕਾਂ ਦੇ। ਸੋ ਇਹ ਕਹਿ ਰਹੇ ਨੇ ਕਿ ਜਿਹੜਾ ਬੰਦਾ ਲਾਅ ਐਂਡ ਆਰਡਰ ਦੀ ਅਥਾਰਟੀ ਰਿਹਾ ਹੋਵੇ, ਜਿਹੜੇ ਬੰਦੇ ਨੇ ਬਹੁਤ ਏਦਾਂ ਦੀ ਕਾਰਜਕਾਰੀ ਕਰਕੇ ਦਿਖਾਈ ਆ, ਹੁਣ ਉਹ ਸਰਕਾਰ ਦੇ ਵਿੱਚ ਹੋਵੇ, ਇਹਨਾਂ ਦੇ ਨਾਲ ਹੋਵੇ ਤੇ ਫਿਰ ਵੀ ਜਿਹੜੀ ਸਰਕਾਰ ਆ, ਮੁੱਖ ਮੰਤਰੀ ਭਗਵੰਤ ਮਾਨ ਆ ਜਾਂ ਗ੍ਰਹਿ ਮੰਤਰਾਲਾ ਆ, ਉਹਨਾਂ ਦਾ ਕੋਈ ਸਹਿਯੋਗ ਨਹੀਂ ਲੈ ਪਾ ਰਿਹਾ, ਉਹਨਾਂ ਦੀ ਫੀਡਬੈਕ ਨਹੀਂ ਲੈ ਪਾ ਰਿਹਾ, ਉਹਨਾਂ ਨੂੰ ਯੂਟਿਲਾਈਜ਼ ਨਹੀਂ ਕਰ ਪਾ ਰਿਹਾ, ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਨਹੀਂ ਕਰ ਪਾ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਉਹ ਕਹਿੰਦੇ ਨਾ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ, ਇਹ ਸਾਰੀਆਂ ਗੱਲਾਂ ਸਾਨੂੰ ਵਿਜ਼ੀਬਲੀ ਦਿਖ ਰਹੀਆਂ, ਹਰੇਕ ਬੰਦੇ ਨੂੰ ਨੇਕਡ ਆਈ ਦੇ ਨਾਲ ਹੀ ਦਿਖ ਰਹੀਆਂ ਕਿ ਪੰਜਾਬ ਦੇ ਵਿੱਚ ਹਾਲਾਤ ਓਨੇ ਸੁਖਾਲੇ ਇਸ ਸਮੇਂ ਦੇ ਵਿੱਚ ਨਹੀਂ ਹੈਗੇ। ਪਵਨ ਜੀ, ਤੁਸੀਂ ਸਿੱਧੂ ਸਾਹਿਬ ਦੀ ਗੱਲ ਕੀਤੀ ਹੈ, ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਆਏ ਨੇ ਔਰ ਇੱਕ ਉਹਨਾਂ ਦੀ ਗੱਲ, ਖੈਰ ਉਹਨਾਂ ਨੂੰ ਹੁਣ ਹਾਈ ਕਮਾਨ ਭੇਜ ਰਹੀ ਹੈ ਕਰਨਾਟਕ, ਕਿਉਂਕਿ ਉੱਥੋਂ ਦੀਆਂ ਵੀ ਇਲੈਕਸ਼ਨਸ ਨੇ। ਇੱਕ ਗੱਲ ਜੋ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਅੰਦਰ ਜਿਹੜਾ ਪੋਲੀਟੀਕਲ ਵੈਕਿਊਮ ਹੈ, ਸ਼ਾਇਦ ਉਸ ਖਲਾ ਨੂੰ ਭਰਨ ਦਾ ਕੰਮ ਕਰ ਸਕਦੇ ਨੇ ਨਵਜੋਤ ਸਿੱਧੂ। ਉਹਨਾਂ ਕੋਲ ਇੱਕ ਓਪਰਚੁਨਿਟੀ ਹੈ ਔਰ ਉਹਨਾਂ ਨੇ ਖਾਸ ਸਟੇਟਮੈਂਟ ਦਿੱਤੀ ਹੈ ਜਿਸ ਦੇ ਵੱਲ ਸਾਨੂੰ ਤਵੱਜੋ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਗਵਰਨਰ ਰਾਜ ਲਾਗੂ ਕਰਨ ਦੀ ਸਾਜ਼ਿਸ਼ ਹੋ ਰਹੀ ਹੈ। ਕੁਝ ਇੱਦਾਂ ਦੀ ਗੱਲਬਾਤ ਸਾਹਮਣੇ ਆਈ। ਇਜ਼ ਇਟ ਰਾਈਟ ਕਿ ਉਹਨਾਂ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ? ਦੇਖੋ, ਨਵਜੋਤ ਸਿੰਘ ਸਿੱਧੂ ਥੋੜੇ ਆਊਟਸਪੋਕਨ ਇਨਸਾਨ ਹੈਗੇ ਆ, ਬਹੁਤ ਸਾਰੀ ਬਿਆਨਬਾਜ਼ੀਆਂ ਬੜੀ ਜਲਦੀ ਔਰ ਬੜੀ ਕਾਹਲੀ ਦੇ ਵਿੱਚ ਵੀ ਕਈ ਵਾਰੀ ਦੇ ਜਾਂਦੇ ਹੈਗੇ ਆ। ਹਾਂ, ਹਾਲਾਤ ਜਿਹੜੇ ਆ ਉਹ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਕੋਈ ਵੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੁੰਦਾ, ਜੇ ਉਹਨੂੰ ਕਿਸੇ ਤਰ੍ਹਾਂ ਦਾ ਖਦਸ਼ਾ ਪ੍ਰਤੀਤ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਤੇ ਆਬਵੀਅਸਲੀ ਉਹ ਪਬਲਿਕ ਪਲੇਟਫਾਰਮਸ ਤੇ, ਮੀਡੀਆ ਪਲੇਟਫਾਰਮਸ ਤੇ ਉਹ ਗੱਲ ਜਿਹੜੀ ਬਿਆਨ ਦੇ ਰੂਪ ਦੇ ਵਿੱਚ ਜਾਰੀ ਕਰ ਦਿੰਦੇ ਆ। ਬੇਸ਼ੱਕ ਬਹੁਤ ਸਾਰੇ ਹਾਲਾਤ ਪੰਜਾਬ ਦੇ ਵਿੱਚ ਸਾਨੂੰ ਵੀ ਦਿਸ ਰਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਉਨੀ ਨਹੀਂ ਹੈਗੀ। ਫਿਰ ਗੜੇਮਾਰੀ, ਮੀਂਹਮਾਰੀ ਦੇ ਨਾਲ ਕਿਸਾਨਾਂ ਦੀ ਸਥਿਤੀ ਵੀ ਇਸ ਵੇਲੇ ਬਦਹਾਲੀ ਦੇ ਵਿੱਚ ਬਣੀ ਹੋਈ ਹੈ। ਫਸਲਾਂ ਵੱਡੇ ਲੈਵਲ ਦੇ ਉੱਤੇ, ਵੱਡੇ ਸਿਸਟਮ ਦੇ ਉੱਤੇ ਜਿਹੜੀਆਂ ਉਹਨਾਂ ਨੂੰ ਨੁਕਸਾਨ ਪਹੁੰਚਿਆ। ਸੋ ਆਲ ਇਨ ਆਲ ਕਾਰੋਬਾਰੀ ਹਾਲਾਤ ਬਹੁਤ ਮਾੜੇ ਆ, ਇੰਡਸਟਰੀਜ਼ ਇੱਥੇ ਆਉਣਗੀਆਂ ਨਹੀਂ, ਲਾਅ ਐਂਡ ਆਰਡਰ ਦੀ ਸਥਿਤੀ ਇੱਥੇ ਖਰਾਬ ਹੈ, ਲੋਕਾਂ ਦੀ ਸੇਫਟੀ ਸਿਕਿਉਰਿਟੀ ਹੈ ਨਹੀਂ। ਨਿਊਜ਼ ਚੱਕ ਲਓ, ਕਦੀ ਆ ਜਾਂਦਾ ਅਵਾਰਾ ਕੁੱਤਿਆਂ ਨੇ ਬੱਚਿਆਂ ਨੂੰ ਨੋਚ ਦਿੱਤਾ, ਕਦੀ ਆ ਜਾਂਦਾ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ, ਕਦੀ ਆ ਜਾਂਦਾ ਕਿਸਾਨਾਂ ਦੀ ਫਸਲਾਂ ਖਰਾਬ, ਕਦੀ ਆ ਜਾਂਦਾ ਪੁਲਿਸ ਦੀ ਨਫਰੀ ਘੱਟ ਹੈ, ਕਦੀ ਆ ਜਾਂਦਾ ਕੋਈ ਵੱਡਾ ਗੈਂਗਸਟਰ ਜਿਹੜਾ ਉਹ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਕਦੀ ਆ ਜਾਂਦਾ ਕੋਈ ਕੱਟਰਪੰਥੀ ਲੋਕ ਜਿਹੜੇ ਆ ਉਹ ਫੜੇ ਨਹੀਂ ਜਾ ਸਕੇ ਜਾਂ ਕੋਈ ਗੱਲ ਹੁੰਦੀ ਆ।
ਉਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸੇ ਵੀ ਲੀਡਰ ਦੇ ਮਨ ਦੇ ਵਿੱਚ ਏਦਾਂ ਦਾ ਖਦਸ਼ਾ ਤੇ ਜ਼ਰੂਰ ਪੈਦਾ ਹੋਊਗਾ ਕਿ ਕਿਤੇ ਪੰਜਾਬ ਦੇ ਵਿੱਚ ਇਹਨਾਂ ਸਥਿਤੀਆਂ ਦੇ ਵਿੱਚ ਜਾਂ ਹੋਰ ਕਿਤੇ ਹਾਲਾਤ ਵਿਗੜ ਜਾਣ ਤੇ ਗਵਰਨਰ ਰਾਜ ਜਿਹੜਾ ਉਹ ਕਿਤੇ ਲਾਉਣ ਦੀ ਜ਼ਰੂਰਤ ਨਾ ਪੈ ਜਾਏ। ਪਰ ਹਾਲੇ ਤੱਕ ਤੇ ਕੋਈ ਅਜਿਹੀ ਸਥਿਤੀ ਔਨ ਗਰਾਊਂਡ ਮੇਰੀ ਸਮਝ ਦੇ ਵਿੱਚ ਨਹੀਂ ਆ ਰਹੀ, ਕਿਉਂਕਿ ਬਹੁਤ ਸਾਰੀਆਂ ਸੰਜੀਵ ਜੀ ਚੀਜ਼ਾਂ ਹੁੰਦੀਆਂ। ਕਈ ਚੀਜ਼ਾਂ ਅਸੀਂ ਜਦੋਂ ਫੋਨ ਖੋਲ੍ਹਦੇ ਹਾਂ ਜਾਂ ਟੀਵੀ ਚੈਨਲ ਖੋਲ੍ਹਦੇ ਹਾਂ, ਆਨਲਾਈਨ ਸਾਨੂੰ ਦਿਸ ਰਹੀਆਂ ਹੁੰਦੀਆਂ। ਪਰ ਇਨ ਰਿਐਲਿਟੀ ਔਨ ਗਰਾਊਂਡ ਜਦੋਂ ਅਸੀਂ ਜਾਂਦੇ ਹਾਂ, ਆਹ ਦੇਖੋ ਪਿਛਲੇ ਸਮੇਂ ਦੇ ਵਿੱਚ ਕਿੰਨੇ ਵੱਡੇ ਹਾਲਾਤ ਅੰਮ੍ਰਿਤਸਰ ਦੇ ਵਿੱਚ ਪੈਦਾ ਹੋਏ। ਕਦੀ ਆਉਂਦਾ ਰਿਹਾ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਆ ਉਹ ਫਲਾਣੇ ਅਦਾਰਿਆਂ ਦੇ ਵਿੱਚ ਜਾ ਕੇ ਆਪਣਾ ਆਤਮ ਸਮਰਪਣ ਕਰਨਗੇ। ਹਾਈ ਸਿਕਿਉਰਿਟੀ ਫੋਰਸਿਸ ਲਾ ਦਿੱਤੀਆਂ, ਪੈਰਾਮਿਲਟਰੀ ਫੋਰਸਿਸ ਲਾ ਦਿੱਤੀਆਂ। ਪਰ ਉਹ ਟੀਵੀ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਏਦਾਂ ਲੱਗਦਾ ਸੀ ਕਿ ਪਤਾ ਨਹੀਂ ਕਿੰਨਾ ਖਤਰਾ ਅੰਮ੍ਰਿਤਸਰ ਦੇ ਵਿੱਚ ਬਣ ਗਿਆ। ਸੋ ਉਸੇ ਦਿਨ ਹੀ ਮੈਂ ਖੁਦ ਆਪ ਵੀ ਉਸ ਜਗ੍ਹਾ ਦੇ ਉੱਤੇ ਗਿਆ। ਮੈਂ ਦੇਖਿਆ ਬਿਲਕੁਲ ਹਾਲਾਤ ਨਾਰਮਲ ਸੀ। ਲੋਕ ਸ਼ਰਧਾਲੂ ਮੱਥਾ ਟੇਕਣ ਆ ਰਹੇ ਸੀ। ਲੋਕ ਲੰਗਰ ਛਕ ਰਹੇ ਸੀ। ਬੜਾ ਸਕੂਨ ਸੀ, ਬੜਾ ਆਨੰਦ ਸੀ। ਬਿਲਕੁਲ ਪੀਸਫੁਲ ਮਾਹੌਲ ਸੀਗਾ। ਸੋ ਇਸ ਕਰਕੇ ਕਈ ਵਾਰੀ ਚੀਜ਼ਾਂ ਜਿਹੜੀਆਂ ਔਨ ਗਰਾਊਂਡ ਬੜੀਆਂ ਸ਼ਾਂਤ ਔਰ ਬੜੀਆਂ ਸਟੀਕ ਹੁੰਦੀਆਂ। ਕਿਸੇ ਇੱਕ ਦੋ ਬੰਦਿਆਂ ਦੀ ਖੁਰਾਫਾਤੀ ਐਕਟੀਵਿਟੀ ਦੇ ਨਾਲ ਇਹ ਸਾਰਾ ਮਾਹੌਲ ਖਰਾਬ ਨਹੀਂ ਹੁੰਦਾ। ਗਵਰਨਰ ਰਾਜ ਲੱਗਣੇ ਕੋਈ ਇੰਨੇ ਸੌਖੇ ਨਹੀਂ ਹੁੰਦੇ। ਹਾਂ, ਹਾਲਾਤ ਜਿਹੜੇ ਆ ਜੇ ਆਊਟ ਆਫ ਕੰਟਰੋਲ ਹੋ ਜਾਣ, ਬਦਤਰ ਹੋ ਜਾਣ, ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਇੰਪੋਸੀਬਲ ਕਿਤੇ ਦਿਸਣੀ ਸ਼ੁਰੂ ਹੋ ਜੇ, ਤੇ ਫਿਰ ਸਮਝ ਆਉਂਦਾ ਕਿ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਹੁੰਦੀਆਂ, ਕੇਂਦਰੀ ਸਰਕਾਰਾਂ, ਉਹਨਾਂ ਕੋਲ ਜ਼ਿਆਦਾ ਤਾਕਤ ਹੁੰਦੀ ਆ ਤੇ ਫਿਰ ਉਹ ਏਦਾਂ ਦੇ ਆਪਣੇ ਰਾਈਟ ਦਾ ਇਸਤੇਮਾਲ ਜ਼ਰੂਰ ਕਰ ਸਕਦੀਆਂ। ਪਰ ਠੀਕ ਹੈ, ਨਵਜੋਤ ਸਿੰਘ ਸਿੱਧੂ ਵੀ ਇੱਕ ਸਿਆਸੀ ਵਿਅਕਤੀ ਨੇ ਜਿਨ੍ਹਾਂ ਨੂੰ ਬਹੁਤ ਲੰਮੇ ਸਮੇਂ ਤੋਂ ਬਹੁਤ ਸਾਰੇ ਮੌਕੇ ਜਿਹੜੇ ਆ ਐਕਸਲ ਕਰਨ ਦੇ ਮਿਲੇ। ਪਰ ਕੋਈ ਬਹੁਤ ਵੱਡੀ ਪਰਫਾਰਮੈਂਸ ਉਹਨਾਂ ਦੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਾਨੂੰ ਵੈਸੇ ਔਨ ਗਰਾਊਂਡ ਦੇਖਣ ਨੂੰ ਮਿਲੀ ਨਹੀਂ। ਉਹਨਾਂ ਕੋਲ ਲੋਕਲ ਬਾਡੀ ਮਿਨਿਸਟਰੀ ਵੀ ਰਹੀ, ਉਹਨਾਂ ਕੋਲ ਵੱਖ-ਵੱਖ ਅਹੁਦੇ ਵੀ ਰਹੇ। ਹਾਂ, ਮੁਖਰ ਹੋ ਕੇ ਜ਼ਿਆਦਾ ਬਿਆਨਬਾਜ਼ੀ ਜ਼ਰੂਰ ਉਹਨਾਂ ਨੇ ਕੀਤੀ ਹੈ। ਇਹ ਮੰਨਿਆ ਜਾਂਦਾ ਹੈ ਕਿ ਉਹ ਇਮਾਨਦਾਰ ਵਿਅਕਤੀ ਹੈਗੇ ਆ, ਅੱਛੇ ਵਿਅਕਤੀ ਹੈਗੇ ਆ। ਪਰ ਪੋਲੀਟੀਕਲੀ ਉਹ ਕਿਤੇ ਨਾ ਕਿਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਿਸਫਿਟ ਨਜ਼ਰ ਆਏ, ਜਜ਼ਬਾਤੀ ਹੋ ਜਾਂਦੇ ਆ। ਬਹੁਤੇ ਜ਼ਿਆਦੇ ਜੋਸ਼ੋ ਖਰੋਸ਼ ਦੇ ਵਿੱਚ ਆ ਕੇ ਬਹੁਤ ਸਾਰੀਆਂ ਉਲਟੀਆਂ ਸਿੱਧੀਆਂ ਗੱਲਾਂ ਕਰ ਜਾਂਦੇ ਆ, ਬਿਆਨਬਾਜ਼ੀਆਂ। ਫਿਰ ਆਪਣੇ ਮੂੰਹ ਰਾਹੀਂ ਅਜਿਹੇ ਤੀਰ ਛੱਡਦੇ ਆ ਜਿਹੜੇ ਲੋਕਾਂ ਨੂੰ, ਉਹਨਾਂ ਦੀ ਵਿਰੋਧੀ ਪਾਰਟੀਆਂ ਨੂੰ, ਲੀਡਰਾਂ ਨੂੰ ਘਾਇਲ ਜ਼ਰੂਰ ਕਰਦੇ ਆ। ਪਰ ਔਨ ਗਰਾਊਂਡ ਕਹੀਏ ਗਰਾਊਂਡ ਚੈੱਕ ਦੇ ਉੱਤੇ, ਗਰਾਊਂਡ ਰਿਐਲਿਟੀ ਦੇ ਉੱਤੇ ਓਨਾ ਜ਼ਿਆਦਾ ਉਹ ਅਸਰ ਜਿਹੜਾ ਆਪਣਾ ਨਹੀਂ ਛੱਡ ਪਾਉਂਦੇ ਕਾਰਜਕਾਰੀ ਦੇ ਤਰੀਕੇ ਦੇ ਨਾਲ, ਕਿ ਏਦਾਂ ਦਾ ਕੋਈ ਕੰਮ ਉਹ ਬਹੁਤਾ ਨਹੀਂ ਕਰ ਪਾਏ ਕਿ ਜਿਹੜਾ ਅਸੀਂ ਕਹੀਏ ਕਿ ਇਹਨਾਂ ਨੇ ਬਹੁਤ ਵੱਡੀ ਪਰਫਾਰਮੈਂਸ ਜਿਹੜੀ ਉਹ ਦਿੱਤੀ ਹੈ। ਸੋ ਇਸ ਕਰਕੇ ਲੀਡਰਾਂ ਦਾ ਹੱਕ ਹੁੰਦਾ ਬਿਆਨਬਾਜ਼ੀਆਂ ਕਰਦੇ ਨੇ, ਪਰ ਆਉਣ ਵਾਲਾ ਸਮਾਂ ਜਿਹੜਾ ਉਹ ਗਰਭ ਦੇ ਭਵਿੱਖ ਦੀ ਗਰਭ ਦੇ ਵਿੱਚ ਹੀ ਹੈਗਾ। ਇਹਦਾ ਕਿਆਸਾ ਲਾਉਣਾ ਜਿਹੜਾ ਅਜੇ ਮੁਸ਼ਕਿਲ ਹਾਲਾਤ ਚੱਲ ਨਜ਼ਰ ਆ। ਐਗਜ਼ੈਕਟਲੀ। ਅਸੀਂ ਕਾਂਗਰਸ ਦੀ ਪਰਫਾਰਮੈਂਸ ਪੰਜਾਬ ਦੇ ਵਿੱਚ ਦੇਖ ਚੁੱਕੇ ਹਾਂ। ਅਸੀਂ ਅਕਾਲੀਜ਼ ਔਰ ਬੀਜੇਪੀ ਦਾ ਗੱਠਜੋੜ ਵੀ ਦੇਖ ਚੁੱਕੇ ਹਾਂ। ਔਰ ਇੱਕ ਗੱਲ ਜੋ ਸਾਹਮਣੇ ਆਉਂਦੀ ਹੈ ਕਿ ਇਸ ਵਕਤ ਆਪਾਂ ਆਮ ਆਦਮੀ ਪਾਰਟੀ ਦਾ ਜੋ ਸਾਰਾ ਸਮਾਂ ਹੈ ਉਹ ਦੇਖ ਰਹੇ ਹਾਂ, ਉਹਨਾਂ ਦੀ ਪਰਫਾਰਮੈਂਸ ਦੇਖ ਰਹੇ ਹਾਂ। ਔਰ ਤੁਸੀਂ ਆਪਣੇ ਪਹਿਲੇ ਸਵਾਲ ਦੇ ਜਵਾਬ ਦੇ ਵਿੱਚ ਇਹ ਗੱਲ ਕਹੀ ਕਿ ਟੋਟਲੀ ਫੇਲੂਅਰ ਸਾਬਿਤ ਹੋ ਰਹੀ ਹੈ ਇਸ ਵਕਤ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ। ਸੋ ਆਮ ਆਦਮੀ ਪਾਰਟੀ ਦਾ ਕਿਰਦਾਰ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ, ਬਾਕੀ ਥਾਂ ਤੇ ਤਾਂ ਹਜੇ ਕਿਤੇ ਕਿਤੇ ਖਾਤਾ ਖੁੱਲਿਆ ਤੇ ਕਿਤੇ ਕਿਤੇ ਨਹੀਂ ਵੀ ਖੁੱਲਿਆ। ਅਜੇ ਕੁਝ ਪੱਕਾ ਨਹੀਂ ਕਿਹਾ ਜਾ ਸਕਦਾ, ਪਰ ਇਹ ਦੋ ਥਾਵਾਂ ਦੇ ਉੱਤੇ ਪਰਫਾਰਮੈਂਸ ਆਪਾਂ ਕੰਸੀਡਰ ਕਰ ਸਕਦੇ ਹਾਂ, ਦਿੱਲੀ ਤੇ ਪੰਜਾਬ ਦੇ ਵਿੱਚ। ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦਾ ਸਾਰਾ ਜੋ ਸਿਸਟਮ ਹੈ, ਇੰਟਰਨਲ ਸਿਸਟਮ ਹੈ, ਸਾਰੀ ਪਰਫਾਰਮੈਂਸ ਹੈ, ਉਹ ਵਨ ਮੈਨ ਸ਼ੋ ਹੈ, ਵਨ ਮੈਨ ਆਰਮੀ, ਸਿਰਫ ਸੁਪਰੀਮੋ ਕੇਜਰੀਵਾਲ। ਯਾਨੀ ਕਿ ਇੱਕ ਫਿਲਮ ਦੇ ਅੰਦਰ ਜੋ ਸਾਰੇ ਕਿਰਦਾਰ ਨੇ ਉਹ ਸਾਰੇ ਕੇਜਰੀਵਾਲ ਸਾਹਿਬ ਹੀ ਪਰਫਾਰਮ ਕਰ ਰਹੇ ਨੇ, ਬਾਕੀ ਕਿਸੇ ਦੀ ਪਰਫਾਰਮੈਂਸ ਨਜ਼ਰ ਨਹੀਂ ਆ ਰਹੀ, ਇਹ ਐਕਸਪਰਟਸ ਮੰਨਦੇ ਨੇ। ਇਸ ਸਿਨੈਰੀਓ ਦੇ ਵਿੱਚ ਜੇ ਅਸੀਂ ਦੇਖੀਏ, ਇਸ ਵਕਤ ਜੋ ਸਾਰਾ ਮਾਹੌਲ ਬਣਿਆ ਹੋਇਆ ਹੈ, ਕਿਤੇ ਉਹ ਗੱਲ ਕਰਦੇ ਨੇ ਪ੍ਰਾਈਮ ਮਿਨਿਸਟਰ ਮੋਦੀ ਦੀ ਐਜੂਕੇਸ਼ਨ ਨੂੰ ਲੈ ਕੇ, ਕਿਤੇ ਉਹ ਪੋਸਟਰ ਮੁਹਿੰਮ ਚਲਾਉਣਾ ਚਾਹੁੰਦੇ ਨੇ ਜੋ ਭਾਰਤ ਨੂੰ ਬਚਾਉਣ ਦੀ ਗੱਲ ਕਰਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਆਪਣੇ ਆਪ ਨੂੰ ਕੇਜਰੀਵਾਲ ਜੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਵਜੋਂ ਪ੍ਰੋਜੈਕਟ ਕਰਨਾ ਚਾਹੁੰਦੇ ਨੇ ਲੋਕਾਂ ਦੇ ਦਿਮਾਗ ਦੇ ਵਿੱਚ? ਔਰ ਆਮ ਆਦਮੀ ਪਾਰਟੀ ਦੀ ਇਹ ਸਟ੍ਰੈਟਜੀ ਲੱਗਦੀ ਹੈ ਤੁਹਾਨੂੰ ਕਿ 2024 ਦੇ ਵਿੱਚ ਉਹ ਚਾਹੁੰਦੀ ਹੈ ਕਿ ਕੇਜਰੀਵਾਲ ਭਾਰਤ ਦੇ ਪ੍ਰਧਾਨ ਮੰਤਰੀ ਬਣ ਜਾਣ? ਕੁਝ ਇੱਦਾਂ ਦਾ ਤੁਹਾਨੂੰ ਲੱਗ ਰਿਹਾ? ਦੇਖੋ, ਇਹ ਬੜੀ ਵਾਜਿਬ ਤੁਸੀਂ ਗੱਲ ਕੀਤੀ ਆ। ਹਾਂ, ਕਿਉਂ ਨਹੀਂ। ਅਰਵਿੰਦ ਕੇਜਰੀਵਾਲ ਐਂਡ ਪਾਰਟੀ, ਜਿਹੜੀ ਕਿ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ, ਉਹ ਇਹੀ ਵਿਚਾਰਧਾਰਾ ਦੇ ਨਾਲ ਅੱਗੇ ਵਧ ਰਹੇ ਸੀ ਦੂਸਰੇ ਸੂਬਿਆਂ ਦੇ ਵਿੱਚ ਵੀ ਕਿ ਸਾਡੀ ਸਰਕਾਰ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਬੜੀ ਸਵੀਪਿੰਗ ਮੈਜੋਰਿਟੀ ਦੇ ਨਾਲ ਬਣ ਗਈ, 92 ਸੀਟਾਂ ਆ ਗਈਆਂ, ਬਹੁਤ ਵੱਡੀ ਲੀਡਸ ਨਾਲ ਕੈਂਡੀਡੇਟ ਜਿੱਤੇ ਤੇ ਪੰਜਾਬ ਗੇਟਵੇ ਆਫ ਇੰਡੀਆ ਹੈਗਾ। ਪੰਜਾਬ ਦੇ ਰਸਤੇ ਹੀ ਅਸੀਂ ਪੂਰੇ
ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੀ ਸਰਕਾਰ ਬਣਾਵਾਂਗੇ ਔਰ ਅਰਵਿੰਦ ਕੇਜਰੀਵਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੋਣਗੇ, ਤਾਂ ਹੀ ਉਹ ਕਈ ਵਾਰ ਆਪਣੇ ਲੈਵਲ ਤੋਂ ਵੱਧ ਕੇ ਬਿਆਨਬਾਜ਼ੀਆਂ ਜਿਹੜੀਆਂ ਉਹ ਉੱਪਰਲੇ ਪੱਧਰ ਦੇ ਉੱਤੇ ਕਰ ਜਾਂਦੇ ਆ। ਜਿਸ ਤਰ੍ਹਾਂ ਤੁਸੀਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਹੋਣਾ ਦੀ ਗੱਲ ਕੀਤੀ ਆ, ਜਿਹਦੇ ਵਿੱਚ ਹੁਣ ਡਿਗਰੀ ਦਾ ਰੌਲਾ ਚੱਲ ਰਿਹਾ। ਕਿਤੇ ਅਰਵਿੰਦ ਕੇਜਰੀਵਾਲ ਹੋਣਾ ਨੂੰ 25,000 ਰੁਪਏ ਫਾਈਨ ਹੁੰਦਾ, ਕਿਤੇ ਏਦਾਂ ਦੇ ਮਾਹੌਲ ਕ੍ਰੀਏਟ ਕੀਤੇ ਜਾਂਦੇ ਨੇ, ਜਿੱਥੋਂ ਮੈਂ ਤੇ ਇੱਕ ਮੇਰੀ ਨੁਕਤੇ ਨਜ਼ਰ ਦੇ ਵਿੱਚ ਸਿੱਧੀ ਗੱਲ ਆਉਂਦੀ ਆ ਕਿ ਜੇ ਕੋਈ ਲੀਡਰ ਕਿਸੇ ਤਰ੍ਹਾਂ ਵੀ ਆਪਣੀ ਪਰਫਾਰਮੈਂਸ ਦੇ ਰਿਹਾ ਔਰ ਬਹੁਤ ਲੰਮੇ ਸਮੇਂ ਤੋਂ ਸੱਤਾ ਦੇ ਵਿੱਚ ਕਾਬਜ਼ ਹੈਗਾ, ਜੇ ਲੋਕ ਉਹਦੇ ਨਾਲ ਜੁੜਦੇ ਆ। ਦੇਖੋ, ਜੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਿਹੜੇ ਗੁਜਰਾਤ ਦੇ ਵਿੱਚ ਲੰਮੇ ਸਮੇਂ ਮੁੱਖ ਮੰਤਰੀ ਰਹੇ, ਸਿੱਧਾ ਸਮਝ ਆਉਂਦਾ ਕਿ ਚਾਹੇ ਅਸੀਂ ਉਹਨਾਂ ਦੇ ਪੱਖ ਦੇ ਵਿੱਚ ਹੋਈਏ, ਚਾਹੇ ਵਿਰੋਧ ਦੇ ਵਿੱਚ ਹੋਈਏ, ਪਰ ਇੱਕ ਗੱਲ ਜਿਹੜੀ ਉਹ ਕ੍ਰਿਸਟਲ ਕਲੀਅਰ ਨਜ਼ਰ ਆਉਂਦੀ ਆ ਕਿ ਲੋਕ ਉਹਨਾਂ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਐਪਰੀਸ਼ੀਏਟ ਕਰਦੇ, ਐਕਸੈਪਟ ਕਰਦੇ। ਇਸੇ ਲਈ ਉਹਨਾਂ ਨੂੰ ਇੰਨੀ ਵਾਰੀ ਮੁੱਖ ਮੰਤਰੀ ਬਣਾਇਆ, ਫਿਰ ਪ੍ਰਾਈਮ ਮਿਨਿਸਟਰ ਬਣਾ ਲਿਆ। ਇਹਦਾ ਮਤਲਬ ਸਮਝ ਆਉਂਦਾ ਕਿ ਮੈਜੋਰਿਟੀ ਵੋਟਸ ਜਿਹੜੀਆਂ ਉਹ ਹਾਸਲ ਕਰਦੇ ਨੇ। ਪਰ ਜਦੋਂ ਰਾਜਨੀਤੀਆਂ ਪਾਰਟੀਆਂ ਦੀ ਹੋ ਜਾਂਦੀਆਂ ਨੇ, ਗੰਦਲੀਆਂ ਹੋ ਜਾਂਦੀਆਂ ਨੇ, ਛੋਟੇ ਸਤਰ ਦੇ ਉੱਤੇ ਬਿਲੋ ਦ ਬੈਲਟ ਲੋਕ ਜਾਣਾ ਸ਼ੁਰੂ ਕਰ ਦਿੰਦੇ ਨੇ। ਹਾਂ, ਠੀਕ ਹੈ, ਦੇਸ਼ ਦੇ ਲੋਕਾਂ ਨੂੰ ਅਧਿਕਾਰ ਹੁੰਦਾ ਡਿਗਰੀਆਂ ਵੀ ਜਾਣਨ ਦਾ, ਐਜੂਕੇਸ਼ਨ ਜਾਣਨ ਦਾ, ਪਰ ਇਹਨੂੰ ਇੱਕ ਇਸ ਤਰੀਕੇ ਨਾਲ ਪ੍ਰੋਪੇਗੇਟ ਕਰਨਾ, ਉਹਨੂੰ ਪ੍ਰੋਪੇਗੈਂਡਾ ਬਣਾ ਲੈਣਾ, ਜਿਹੜੇ ਸੂਬਿਆਂ ਦੇ ਵਿੱਚ ਚਾਹੇ ਕੋਈ ਵੀ ਪਾਰਟੀ ਹੋਵੇ, ਸੰਜੀਵ ਜੀ, ਜ਼ਰੂਰੀ ਨਹੀਂ ਕਿ ਇਹ ਮੋਦੀ ਔਰ ਕੇਜਰੀਵਾਲ ਦੀ ਗੱਲ ਹੈਗੀ ਆ। ਜੇ ਦੂਸਰੀ ਪਾਰਟੀ ਵਾਲੇ ਵੀ ਕਿਸੇ ਤੇ ਇਦਾਂ ਦੀ ਟਾਰਗੇਟ ਕਰਦੇ ਆ, ਜੇ ਉਹ ਅੱਛਾ ਪਰਫਾਰਮ ਕਰ ਰਿਹਾ ਤੇ ਜੇ ਉਹਨੂੰ ਲੋਕ ਐਕਸੈਪਟ ਕਰ ਰਹੇ ਆ, ਫਿਰ ਮੀਡੀਆ ਓਪਰਚੁਨਿਟੀ ਬਣਾ ਲੈਣੀ। ਇਦਾਂ ਦੇ ਇੱਕ ਸੀਨ ਕ੍ਰੀਏਟ ਕਰਦੇ ਨੇ ਜਿਹਦੇ ਵਿੱਚ ਇੱਕ ਕੋਈ ਸਟੇਟ ਦਾ ਲੀਡਰ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਦਰਸਾਉਣਾ ਚਾਹੁੰਦਾ ਹੋਵੇ, ਫਿਰ ਉਸ ਲੀਡਰ ਦੇ ਨਾਲ ਉਸ ਲੈਵਲ ਤੇ ਪੰਗੇ ਲੈਂਦਾ ਹੋਵੇ। ਹੁਣ ਦੇਖੋ, ਅਰਵਿੰਦ ਕੇਜਰੀਵਾਲ ਉਹੀ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਇਲਜ਼ਾਮ ਤਰਾਸ਼ੀ ਕੀਤੀ ਸੀ ਕਿ ਉਹ ਡਰੱਗ ਤਸਕਰੀ ਦੇ ਵਿੱਚ ਸ਼ਮੂਲੀਅਤ ਰੱਖਦੇ ਨੇ। ਉਹੀ ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਨੇ ਕੋਰਟ ਦੇ ਵਿੱਚ ਲਿਖਤੀ ਤੌਰ ਤੇ ਉਹਨਾਂ ਕੋਲੋਂ ਮਾਫੀ ਮੰਗ ਲਈ ਕਿ ਮੈਂ ਗਲਤ ਇਲਜ਼ਾਮ ਲਾਏ ਸੀ। ਸੋ ਇਹਨਾਂ ਲੀਡਰਾਂ ਦੀ ਬਿਆਨਬਾਜ਼ੀਆਂ ਉੱਤੇ ਬਹੁਤਾ ਕਈ ਵਾਰ ਸਿਰ ਪੈਰ ਨਹੀਂ ਹੁੰਦਾ। ਇਹ ਸਿਰਫ ਖਬਰਾਂ ਦੀ ਸੁਰਖੀਆਂ ਵਿੱਚ ਬਣੇ ਰਹਿਣਾ ਜਾਂ ਕਿਸੇ ਨੂੰ ਟਾਰਗੇਟ ਕਰਨਾ। ਦੇਖੋ, ਕਿਸੇ ਕੋਲ ਡਿਗਰੀ ਹੋਵੇ ਜਾਂ ਨਾ ਹੋਵੇ, ਉਹਦੇ ਨਾਲ ਆਮ ਲੋਕਾਂ ਨੂੰ ਕੀ ਸਰੋਕਾਰ ਹੈਗਾ। ਮੇਰੀ ਤੇ ਇਹ ਗੱਲ ਦੇ ਵਿੱਚ ਸਮਝ ਨਹੀਂ ਆ ਰਹੀ ਕਿ ਇਹਦੇ ਨਾਲ ਆਮ ਲੋਕਾਂ ਦਾ ਸਰੋਕਾਰ ਕੀ ਆ। ਠੀਕ ਹੈ, ਤੁਸੀਂ ਟਾਰਗੇਟ ਕਿਸੇ ਨੂੰ ਕਰ ਸਕਦੇ ਹੋ। ਜੇ ਜਿਹੜਾ ਬੰਦਾ ਪ੍ਰਾਈਮ ਮਿਨਿਸਟਰ ਬਣਿਆ ਹੋਇਆ, ਜਿਹੜੇ ਬੰਦੇ ਨੂੰ ਇੰਨੇ ਲੰਮੇ ਸਮੇਂ ਤੋਂ ਲੋਕਾਂ ਨੇ ਐਕਸੈਪਟ ਕੀਤਾ, ਜੇ ਮੰਨ ਲਓ ਕਿਸੇ ਤਰ੍ਹਾਂ ਨਾਲ ਵੀ ਸਾਡੀ ਸਮਝ ਦੇ ਵਿੱਚ ਆਉਂਦਾ ਕਿ ਇਹਨੇ ਡਿਗਰੀ ਕੀਤੀ ਹੈ ਜਾਂ ਨਹੀਂ ਕੀਤੀ, ਪਰ ਜੇ ਉਹ ਵੈਲ ਆਫ ਪਰਫਾਰਮ ਕਰ ਰਿਹਾ, ਲੰਮੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰ ਰਿਹਾ, ਮੈਂ ਕੋਈ ਉਹਨਾਂ ਦੀ ਹਮਾਇਤ ਨਹੀਂ ਕਰ ਰਿਹਾ। ਜ਼ਰੂਰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਇਸ ਕੈਂਡੀਡੇਟ ਦਾ, ਵੱਡੇ ਲੈਵਲ ਤੇ ਲੀਡਰਸ ਦੀ ਇੱਕ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ ਪਬਲਿਕ ਲਾਈਫ ਦੇ ਵਿੱਚ। ਔਰ ਹਰੇਕ ਲੀਡਰ ਨੂੰ ਅਧਿਕਾਰ ਹੈ, ਲੋਕਾਂ ਨੂੰ ਵੀ ਅਧਿਕਾਰ ਹੈ, ਦੇਸ਼ ਦੀ ਜਨਤਾ ਨੂੰ ਵੀ ਅਧਿਕਾਰ ਹੈ। ਪਰ ਮੈਂ ਫਿਰ ਕਹਿ ਰਿਹਾ ਕਿ ਇਹ ਸਿਰਫ ਉਦੋਂ ਹੀ ਜਦੋਂ ਕੋਈ ਕਿਸੇ ਸੂਬੇ ਦੀਆਂ ਵੋਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਇਹੋ ਜਿਹੇ ਮੁੱਦੇ ਉਛਾਲ ਲਏ ਜਾਂਦੇ ਆ। ਫਿਰ ਬਹੁਤ ਸਾਰੀਆਂ ਇੱਕ ਦੂਜੇ ਉੱਤੇ ਚਿੱਕੜ ਜਿਹੜਾ ਉਛਾਲਿਆ ਜਾਂਦਾ। ਪਰ ਸੂਬੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਦਿੱਲੀ ਵਿੱਚ ਹੈਗੀ ਆ ਤੇ ਪੰਜਾਬ ਦੇ ਵਿੱਚ ਵੀ ਹੈਗੀ ਆ, ਪਰ ਉਹ ਇਹ ਝਾਤੀ ਮਾਰ ਲੈਣ ਕਿ ਪੰਜਾਬ ਦੇ ਵਿੱਚ ਕੀ ਹਾਲਾਤ ਬਣੇ ਆ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਦੇ ਵਿੱਚ ਆਮ ਧਾਰਨਾ ਬਣ ਗਈ ਕਿ ਅਰਵਿੰਦ ਕੇਜਰੀਵਾਲ ਹੀ ਪੰਜਾਬ ਨੂੰ ਚਲਾ ਰਹੇ ਆ, ਇਹ ਬਿਲਕੁਲ ਸਹੀ ਧਾਰਨਾ ਹੈਗੀ ਆ। ਦੇਖੋ, ਬੜੀ ਛੋਟੀ ਉਮਰ ਦੇ ਵਿੱਚ ਰਾਘਵ ਚੱਡਾ ਨੂੰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਗਿਆ, ਜਦ ਕਿ ਮੇਰਾ ਖਿਆਲ ਆ ਕਿਸੇ ਮੈਚੁਰ ਲੈਵਲ ਦੇ ਲੀਡਰ ਨੂੰ ਹੀ ਰਾਜ ਸਭਾ ਦੇ ਵਿੱਚ ਵੈਸੇ ਭੇਜਣਾ ਚਾਹੀਦਾ। ਆਏ ਦਿਨ ਇਹਨਾਂ ਦੇ ਐਮਐਲਏ ਦੀ ਖਬਰ ਆ ਜਾਂਦੀ ਆ ਕਿ ਫਲਾਣੇ ਨੇ ਉੱਥੇ ਵਿਆਹ ਕਰਾ ਲਿਆ, ਫਲਾਣੇ ਨੇ ਉੱਥੇ ਪਸੰਦ ਕਰ ਲਈ, ਫਲਾਣਾ ਉੱਥੇ ਫਲਾਣੀ ਹੈਰਨ ਦੇ ਨਾਲ ਜਾ ਕੇ ਡਿਨਰ ਕਰ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਇੰਨੀਆਂ ਪਸੰਦ ਇਸ ਵੇਲੇ ਪੰਜਾਬ ਦੇ ਵਿੱਚ ਆ ਨਹੀਂ ਰਹੀਆਂ, ਓਨੀਆਂ ਭਾ ਨਹੀਂ ਰਹੀਆਂ ਕਿ ਇਹ ਲੀਡਰ ਸਿਰਫ ਮौज ਮਸਤੀ ਲਈ ਬਣੇ ਆ, ਆਪਣੇ ਸਿਸਟਮ ਨੂੰ ਸੈੱਟ ਕਰਨ ਵਾਸਤੇ ਬਣੇ ਆ ਕਿ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਜਿਹੜੇ ਇਹਨਾਂ ਦੇ ਉੱਤੇ ਪੁਰਾਣੇ ਰਵਾਇਤੀ ਸਰਕਾਰਾਂ ਮਿਲੇ, ਜਿਹੜੇ ਦੁੱਖਾਂ ਦੇ ਪਹਾੜ ਜਿਹੜੇ ਟੁੱਟ ਰਹੇ ਸੀ, ਮਹਿੰਗਾਈ ਵੱਧ ਰਹੀ ਸੀ, ਮਾਫੀਆ ਵੱਧ ਰਹੇ ਸੀ, ਡਰੱਗ ਤਸਕਰੀ ਵੱਧ ਰਹੀ ਸੀ, ਲੋਕਾਂ ਦੀ ਜਿਹੜੀ ਬ੍ਰੇਨ ਡਰੇਨ ਹੋ ਰਿਹਾ ਉਹਨੂੰ ਰੋਕਣ ਵਾਸਤੇ ਸੀ। ਇਹੀ ਭਗਵੰਤ ਮਾਨ ਪਹਿਲਾਂ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਵਿਦੇਸ਼ਾਂ ਤੋਂ ਲੋਕ ਵਾਪਸ ਆਉਣਗੇ ਔਰ ਗੋਰੇ ਇੱਥੇ ਆ ਕੇ ਪੜ੍ਹਾਈ ਕਰਨਗੇ। ਪਰ ਹਾਲਾਤ ਜਿਹੜੇ ਇਸ ਦੇ ਬਰਾਏ ਉਲਟ ਬਹੁਤ ਜ਼ਿਆਦਾ ਵਿਗੜਦੇ ਸਾਨੂੰ ਨਜ਼ਰ ਆ ਰਹੇ ਆ। ਆਏ ਦਿਨ ਜਿਹੜੇ ਆ ਪਹਿਲੇ ਨਾਲੋਂ ਵੀ ਵੱਧ ਲੋਕ ਜਿਹੜੇ ਆ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਆਪਣਾ ਰੁਖ ਕਰ ਰਹੇ ਆ। ਸੋ ਇਸ ਕਰਕੇ ਆਲ ਇਨ ਆਲ ਇਹਨਾਂ ਨੂੰ ਦਿੱਲੀ ਤੋਂ ਬੈਠ ਕੇ ਸਰਕਾਰ ਪੰਜਾਬ ਦੀ ਨਹੀਂ ਚਲਾਉਣੀ ਚਾਹੀਦੀ। ਔਰ ਜਦੋਂ ਕੋਈ ਨਿਯੁਕਤੀਆਂ ਹੁੰਦੀਆਂ, ਉਹ ਜਾਂ ਤੇ ਰਾਘਵ ਚੱਡਾ ਦਾ ਜਾ ਕੇ ਧੰਨਵਾਦ ਕਰਦੇ ਆ ਜਾਂ ਫਿਰ ਅਰਵਿੰਦ ਕੇਜਰੀਵਾਲ ਦਾ ਕਰਦੇ ਆ। ਔਰ ਜਿਹੜੇ ਚਾਹੇ ਯੋਗਾ ਦੀਆਂ ਪੋਸਟ ਹੋਣ, ਦਿੱਲੀ ਤੋਂ ਬੰਦੇ ਲੈ ਆਉਂਦੇ ਆ। ਜੇ ਇਹਨਾਂ ਦੇ ਸਿਸਟਮ ਦੇ ਵਿੱਚ ਆਈਟੀ ਸੈੱਲਸ ਦੀਆਂ ਗੱਲਾਂ ਹੋਣ ਤੇ ਉਹ ਦਿੱਲੀ ਤੋਂ ਬੰਦੇ ਲੈ ਕੇ ਰੱਖ ਦਿੰਦੇ ਆ। ਪੰਜਾਬੀਆਂ ਦੇ ਹੱਕਾਂ ਹਕੂਕਾਂ ਤੇ ਉਹਨਾਂ ਦੀਆਂ ਨੌਕਰੀਆਂ ਤੱਕ ਵੀ ਇਹਨਾਂ ਨੇ ਜਿਹੜੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਆ।
ਔਰ ਪੰਜਾਬੀ ਜਿਹੜੀ ਇਸ ਗੱਲ ਨੂੰ ਬੜੀ ਆਸਾਨੀ ਦੇ ਨਾਲ ਭੁੱਲਦੇ ਨਹੀਂ। ਅਜੇ ਵੀ ਸਮਾਂ ਆਇਆ, ਮੈਂ ਕਹਿ ਸਕਦਾ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬ ਦੇ ਲੋਕਾਂ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ। ਕੇਜਰੀਵਾਲ ਹੋਰਾਂ ਨੂੰ ਏਦਾਂ ਦੀਆਂ ਦਿੱਲੀ ਵਾਲੀਆਂ ਪਾਲਿਸੀਜ਼ ਛੱਡ ਕੇ ਦੇਖੋ ਪਿਛਲੇ ਸਮੇਂ ਦੇ ਵਿੱਚ ਬਟਾਲੇ ਦੇ ਐਮਐਲਏ ਦਾ ਰੌਲਾ ਪੈ ਗਿਆ ਕਿ ਉਹਨੇ +2 ਦੇ ਐਗਜ਼ਾਮ ਜਿਹੜੇ ਆ ਉਹ ਫੇਲ ਕੀਤੇ, ਫਿਰ ਉਹ ਆਪਣੀ ਗੱਲ ਤੋਂ ਮੁੱਕਰ ਗਈ ਜੀ, ਮੈਂ ਕੀਤੇ ਨਹੀਂ, ਗਲਤੀ ਨਾਲ ਫਾਰਮ ਹੋ ਗਿਆ। ਸੁਖਪਾਲ ਖਹਿਰਾ ਹੋਣਾ ਨੇ ਬੜੇ ਵੱਡੇ ਲੈਵਲ ਤੇ ਇਸ ਗੱਲ ਦਾ ਸ਼ੋਰ ਮਚਾਇਆ, ਲੋਕਾਂ ਦੇ ਸਾਹਮਣੇ ਗੱਲ ਰੱਖੀ। ਫਿਰ ਉਹਨਾਂ ਨੇ ਇਹ ਕਟਾਕਸ਼ ਕੀਤਾ ਕਿ ਇਹ ਤੁਹਾਡਾ ਦਿੱਲੀ ਦਾ ਸਿੱਖਿਆ ਮਾਡਲ ਹੈ। ਫਿਰ ਪਿਛਲੇ ਦਿਨੀਂ ਇੱਕ ਰਸੀਦ ਸਾਡੇ ਸਾਹਮਣੇ ਆ ਰਹੀ ਹੈ, ਫਰੀਦਕੋਟ ਦਾ ਇੱਕ ਸਟੇਡੀਅਮ ਹੈ, ਜਿਹਦੇ ਵਿੱਚ ਖੇਡਣ ਵਾਸਤੇ ਕਿਸੇ ਬੱਚੇ ਕੋਲੋਂ ਸ਼ਾਇਦ ₹300 ਦੇ ਕਰੀਬ ਜਿਹੜਾ ਰਿਸੀਵ ਕੀਤਾ ਗਿਆ। ਇਹ ਖੇਡਾਂ ਨੂੰ ਪ੍ਰੋਤਸਾਹਨ ਕੀ ਦੇਣਾ, ਫ੍ਰੀ ਖੇਡਾਂ ਦਾ এনवायरमेंट ਕੀ ਮੁਹੱਈਆ ਕਰਾਉਣਾ, ਲੋਕਾਂ ਕੋਲੋਂ ਚਾਰजेस ਲਏ ਜਾ ਰਹੇ ਆ। ਸੋ ਪੰਜਾਬ ਦੇ ਵਿੱਤੀ ਹਾਲਾਤ ਵਿਗੜਦੇ ਜਾ ਰਹੇ ਦਿਨ ਬ ਦਿਨ। ਕਰਜ਼ਾ 4 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ। ਜਿਹੜੇ ਇਹ ਮੈਡੀਕਲ ਕਾਲਜਿਸ ਕਹਿੰਦੇ ਸੀ ਵੱਡੇ ਵੱਡੇ ਬੋਰਡ ਲਵਾ ਦਿੱਤੇ, 16 ਨਵੇਂ ਮੈਡੀਕਲ ਕਾਲਜ ਪੰਜਾਬ ਦੇ ਵਿੱਚ। ਤੁਸੀਂ ਇਹ ਦੱਸੋ ਕਿ ਬਜਟ ਦੇ ਵਿੱਚ ਕਿਹੜਾ ਮੈਡੀਕਲ ਕਾਲਜ ਦੀ ਇਹਨਾਂ ਨੇ ਗੱਲ ਕੀਤੀ ਹੈ? ਕਿਹੜੀਆਂ ਗੱਲਾਂ ਅਜਿਹੀਆਂ ਕੀਤੀਆਂ ਜਿਨ੍ਹਾਂ ਔਨ ਗਰਾਊਂਡ ਪੰਜਾਬ ਦੇ ਅਦਾਰਿਆਂ ਨੂੰ, ਵਿੱਦਿਅਕ ਅਦਾਰੇ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਅਦਾਰੇ ਹੋਣ, ਉਹਨਾਂ ਨੂੰ ਸੁੱਖ ਸਹੂਲਤ ਮਿਲੀ ਹੋਵੇ, ਉਹਨਾਂ ਨੂੰ ਫੰਡ ਮਿਲੇ ਹੋਣ। ਯੂਨੀਵਰਸਿਟੀਜ਼ ਜਿਹੜੀਆਂ ਪੰਜਾਬ ਯੂਨੀਵਰਸਿਟੀਜ਼ ਵਗੈਰਾ ਦੇ ਫੰਡ ਵੀ ਜਿਹੜੇ ਆ ਉਹ ਸ਼ੰਟ ਆਊਟ ਕੀਤੇ ਗਏ, ਘਟਾਏ ਗਏ, ਜਿਹਦੇ ਵਿੱਚ ਵਿਦਿਆਰਥੀਆਂ ਨੇ ਵੱਡੇ ਲੈਵਲ ਦੇ ਉੱਤੇ ਧਰਨਾ ਪ੍ਰਦਰਸ਼ਨ ਕੀਤਾ, ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਸਰਕਾਰ ਦੇ ਕਿਸੇ ਵੀ ਲੀਡਰ ਦੀ ਐਂਟਰੀ ਬੈਨ ਕਰ ਦਿੱਤੀ। ਸੋ ਇੱਥੋਂ ਸਮਝ ਆਉਂਦਾ ਕਿ ਇਹ ਦਿੱਲੀ ਵਾਲੇ ਪੈਟਰਨ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਨਹੀਂ ਚੱਲਣੀ। ਇਹ ਇੱਕ ਬਾਰਡਰ ਸਟੇਟ ਆ, ਇਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਸਮਝਣਾ ਪਊਗਾ। ਇਹਦੇ ਵਿੱਚ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਪ੍ਰਮੁੱਖਤਾ ਦੇ ਨਾਲ ਸਮਝਣਾ ਪਊਗਾ। ਜਿਹੜਾ ਅੱਜ ਪਾੜਾ ਵੱਖੋ-ਵੱਖ ਧਰਮਾਂ ਦੇ ਮਿਨੋਰਿਟੀ ਔਰ ਮੈਜੋਰਿਟੀ ਦੇ ਵਿੱਚ ਇਹ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਹਾਲਾਤ ਪੈਦਾ ਹੋ ਰਹੇ ਆ, ਉਹਨਾਂ ਸਭ ਨੂੰ ਸਮਝਣਾ ਪਊਗਾ ਕੀ ਟੈਕਟਿਕਸ ਆ। ਜੇ ਇਹ ਮੰਨ ਵੀ ਲਈਏ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਜੀ ਫਲਾਣੀ ਏਜੰਸੀਆਂ ਜਾਂ ਕੇਂਦਰੀ ਸਰਕਾਰਾਂ ਜਿਹੇ ਜਿਹੇ ਪੰਜਾਬ ਦੇ ਵਿੱਚ ਕੰਮ ਕਰਾਉਂਦੀਆਂ, ਜੇ ਕਰਾਉਂਦੀਆਂ ਤੇ ਕੀ ਪੰਜਾਬ ਦੇ ਲੀਡਰਾਂ ਦਾ ਆਪਣਾ ਦਿਮਾਗ ਹੈ ਨਹੀਂ? ਕਿ ਪੰਜਾਬ ਦੇ ਹੋਮ ਡਿਪਾਰਟਮੈਂਟ ਇੰਟੈਲੀਜੈਂਸ ਦਾ ਕੋਈ ਆਪਣਾ ਯੂਟਿਲਾਈਜੇਸ਼ਨ ਬ੍ਰੇਨ ਦੀ ਨਹੀਂ ਹੈਗੀ? ਜੇ ਕੋਈ ਗਲਤ ਕੰਮ ਕਰਾ ਰਿਹਾ ਤੇ ਉਹਨੂੰ ਰੋਕਣ ਦੇ ਵਿੱਚ ਸਹਾਈ ਕਿਉਂ ਨਹੀਂ ਹੋ ਰਹੇ? ਵਾਕਈ ਗੱਲ ਠੀਕ ਹੈ। ਜੇ ਅੰਮ੍ਰਿਤਪਾਲ ਦੀ ਜੇ ਅਸੀਂ ਗੱਲ ਕਰੀਏ, ਕਹਿੰਦੇ ਜੀ ਉਹ ਰੈਡੀਕਲ ਆ, ਉਹਦੀ ਫਲਾਣੀ ਗੱਲ ਕਰਦਾ, ਤੇ ਉਸ ਨੂੰ ਬਿਠਾ ਕੇ ਗੱਲ ਕਰਕੇ ਮੁੱਖ ਧਾਰਾ ਦੇ ਵਿੱਚ ਲਿਆ ਕੇ ਜੋੜੋ, ਉਹਨੂੰ ਡੀ ਰੈਡੀਕਲਾਈਜ਼ ਕਰ ਲਓ, ਉਹਨੂੰ ਆਪਣੇ ਨਾਲ ਜੋੜ ਲਓ, ਉਹਦੀ ਕੀ ਮੰਗਾਂ ਉਹ ਸੁਣ ਲਓ, ਲੋਕਾਂ ਦੀ ਕੀ ਗੱਲ ਹੈ ਉਹ ਸੁਣ ਲਓ। ਇਹ ਵੀ ਗੱਲ ਠੀਕ ਹੈ ਕਿ ਵੱਡੇ ਲੈਵਲ ਦੇ ਉੱਤੇ ਲੋਕ ਇਹ ਕਹਿ ਰਹੇ ਨੇ ਕਿ ਜੇ ਉਹਨੂੰ ਗ੍ਰਿਫਤਾਰ ਕਰਨਾ ਸੀ ਘਰ ਜਾ ਕੇ ਗ੍ਰਿਫਤਾਰ ਕਰ ਲੈਂਦੇ। ਐਡਾ ਵੱਡਾ ਤਮਾਸ਼ਾ ਮੀਡੀਆ ਓਪਰਚੁਨਿਟੀ ਕਿਉਂ ਬਣਾਈ? ਫਿਰ ਹਰ ਚੀਜ਼ ਦੇ ਵਿੱਚ ਕ੍ਰੈਡਿਟ ਲੈਣ ਦੀ ਕਾਹਲ, ਉਹਦੇ ਨਾਲ ਹੀ ਫਿਰ ਇਹਨਾਂ ਦਾ ਹਰ ਕੰਮ ਉਲਟਾ ਪੈਂਦਾ ਅਜੇ ਤੱਕ ਵੀ ਉਹ ਗ੍ਰਿਫਤ ਤੋਂ ਬਾਹਰ ਹੈ। ਸੋ ਇਸ ਕਰਕੇ ਲੋਕਾਂ ਨੂੰ ਸਮਝ ਆ ਰਿਹਾ ਕਿ ਇਹ ਕਿਸੇ ਵੀ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾ ਰਹੇ ਔਰ ਸਾਰੇ ਨਿਰਦੇਸ਼ ਇਹਨਾਂ ਨੂੰ ਅਰਵਿੰਦ ਕੇਜਰੀਵਾਲ ਔਰ ਰਾਘਵ ਚੱਡਾ ਕੋਲੋਂ ਦਿੱਲੀ ਤੋਂ ਆ ਰਹੇ ਨੇ। ਐਗਜ਼ੈਕਟਲੀ ਲੋਕ ਇਹੀ ਮੰਨਦੇ ਨੇ ਔਰ ਐਕਸਪਰਟਸ ਵੀ ਕਿਤੇ ਨਾ ਕਿਤੇ ਇਹ ਰਾਏ ਰੱਖਦੇ ਨੇ ਕਿ ਜਿਵੇਂ ਭਾਰਤ ਦੇ ਅੰਦਰ ਇੱਕ ਗੱਲ ਚੱਲ ਰਹੀ ਹੈ ਹਿੰਦੂ ਰਾਸ਼ਟਰ ਦੀ, ਤਾਂ ਸ਼ਾਇਦ ਉਸੇ ਕਰਕੇ ਹੀ ਖਾਲਿਸਤਾਨ ਦੀ ਮੰਗ ਵੀ ਉੱਠੀ ਹੈ, ਕਿਉਂਕਿ ਇਹ ਸਾਰਾ ਮਾਹੌਲ ਜੋ ਹੈ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦੇ, ਭਾਰਤ ਦੇ ਮਾਹੌਲ ਦੇ, ਪੰਜਾਬ ਦੇ, ਭਾਰਤ ਦੇ ਲੋਕਾਂ ਦੇ ਜਾਂ ਦੇਸ਼ ਦੇ ਜਾਂ ਸੂਬੇ ਦੇ ਹੱਕ ਵਿੱਚ ਕਦੀ ਵੀ ਨਹੀਂ ਜਾਂਦਾ, ਕਿਉਂਕਿ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਬੈਠ ਕੇ ਆਪਸ 'ਚ ਗੱਲਬਾਤ ਕਰਕੇ ਹੀ ਨਜਿੱਠੀਆਂ ਜਾ ਸਕਦੀਆਂ ਨੇ, ਇਹਨਾਂ ਦਾ ਹੱਲ ਕੱਢਿਆ ਜਾ ਸਕਦਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਸੰਵਾਦ ਰਚੋ, ਬੈਠ ਕੇ ਡਾਇਲੋਗ ਕਰੋ, ਵਿਚਾਰ ਵਿਮਰਸ਼ ਕਰੋ ਤੇ ਇੱਕ ਰਾਹ ਕੱਢੋ ਜਿਹਦੇ ਵਿੱਚ ਸਭ ਨੂੰ ਸੁੱਖ ਸ਼ਾਂਤੀ ਸਹੂਲੀਅਤ ਮਿਲੇ। ਆਪਾਂ ਇੱਕ ਗੱਲ ਹੋਰ ਕਰਾਂਗੇ ਆਖਿਰ ਦੇ ਵਿੱਚ ਕਿ ਰਾਹੁਲ ਗਾਂਧੀ ਦਾ ਕਿਰਦਾਰ ਕਿਸ ਤਰ੍ਹਾਂ ਉੱਭਰ ਕੇ ਸਾਹਮਣੇ ਆ ਰਿਹਾ ਹੈ, ਕਿਉਂਕਿ ਭਾਰਤ ਜੋੜੋ ਯਾਤਰਾ ਤੋਂ ਬਾਅਦ ਕਹਿੰਦੇ ਨੇ ਕਿ ਉਹਨਾਂ ਦਾ ਕੱਦ ਵਧਿਆ, ਇਸ ਕਰਕੇ ਜੋ ਬੀਜੇਪੀ ਹੈ ਉਹਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਪਈ ਕਿ ਚੁਣੌਤੀ ਦੇ ਸਕਦੀ ਹੈ ਕਾਂਗਰਸ ਉਹਨਾਂ ਨੂੰ 2024 ਦੀਆਂ ਇਲੈਕਸ਼ਨਸ ਦੇ ਵਿੱਚ। ਫਿਰ ਉਸ ਤੋਂ ਬਾਅਦ ਐਪੀਸੋਡ ਹੁੰਦਾ ਹੈ ਰਾਹੁਲ ਗਾਂਧੀ ਦਾ, ਜੋ ਉਹਨਾਂ ਨੂੰ 2 ਸਾਲ ਵਾਸਤੇ ਸਜ਼ਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਡਿਸਕੁਆਲੀਫਿਕੇਸ਼ਨ ਹੈ ਮੈਂਬਰਸ਼ਿਪ ਦੀ, ਐਮਪੀ ਨਹੀਂ ਰਹੇ, ਪਰ ਹੁਣ ਜਾ ਕੇ ਉਹਨਾਂ ਨੂੰ ਮਿਲ ਗਈ ਹੈ ਜ਼ਮਾਨਤ ਔਰ ਅੱਗੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਔਰ ਉਧਰ ਓਪੋਜੀਸ਼ਨਸ ਇਕੱਠੀਆਂ ਹੋ ਰਹੀਆਂ ਨੇ ਕਿ ਕਾਂਗਰਸ ਨੂੰ ਅਸੀਂ ਜਿਤਾ ਕੇ, ਕਾਂਗਰਸ ਦੀ ਮਦਦ ਕਰਕੇ ਅਸੀਂ ਕਾਂਗਰਸ ਨੂੰ 2024 ਦੀਆਂ ਇਲੈਕਸ਼ਨਸ ਦੇ ਵਿੱਚ ਜਿਤਾਈਏ ਤੇ ਕਾਂਗਰਸ ਦੀ ਸਰਕਾਰ ਬਣਾਈਏ ਅਸੀਂ ਸੈਂਟਰ ਦੇ ਵਿੱਚ, ਤੇ ਬੀਜੇਪੀ ਦੀ ਸਰਕਾਰ ਨਾ ਬਣਨ ਦਈਏ। ਇਸ ਕਰਕੇ ਉਹਨਾਂ ਨੂੰ ਤਗੜੀ ਚੁਣੌਤੀ ਦੇਣੀ ਹੈ। ਇਕੱਠੇ ਹੋ ਕੇ ਓਪੋਜੀਸ਼ਨਸ ਇਸ ਤਰ੍ਹਾਂ ਵੀ ਫਾਰਮੇਸ਼ਨਸ ਕਰ ਰਹੀਆਂ ਨੇ, ਇਹ ਵੀ ਐਕਸਪਰਟਸ ਮੰਨਦੇ ਨੇ। ਸੋ ਰਾਹੁਲ ਗਾਂਧੀ ਕਿੱਥੇ ਖੜੇ ਨੇ, ਕਾਂਗਰਸ ਕਿੱਥੇ ਖੜੀ ਹੈ, ਓਪੋਜੀਸ਼ਨਸ ਕਿੱਥੋਂ ਤੱਕ ਹੈਲਪ ਕਰਕੇ ਕਿੱਥੇ ਤੱਕ ਪਹੁੰਚਾ ਸਕਦੀਆਂ ਨੇ, ਤੇ ਬੀਜੇਪੀ ਇਸ ਚੁਣੌਤੀ ਨੂੰ ਕਿਵੇਂ ਸਵੀਕਾਰ ਕਰਦੀ ਹੈ 2024 ਦੀਆਂ ਇਲੈਕਸ਼ਨਸ ਦੇ ਵਿੱਚ। ਮਤਲਬ ਕੀ ਲੱਗਦਾ ਹੈ ਕਿਹਦੀ ਸਰਕਾਰ ਬਣੇਗੀ ਤੇ ਪੀਐਮ ਕੌਣ ਹੋਣਗੇ, ਕਿਉਂਕਿ ਇਟ ਇਜ਼ ਟੂ अर्ਲੀ ਟੂ ਸੇ, ਫਿਰ ਵੀ ਸਮੀਕਰਨ ਕੀ ਬਣਦੇ ਪਏ ਨੇ? ਜੀ ਪਵਨ ਜੀ। ਦੇਖੋ ਇਹ ਗੱਲ ਠੀਕ ਹੈ ਕਿ ਰਾਹੁਲ ਗਾਂਧੀ, ਜਿਨ੍ਹਾਂ ਨੂੰ ਗੋਲਡਨ ਸਪੂਨ ਬॉय ਕਿਹਾ ਜਾਂਦਾ ਸੀ, ਉਹਨਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਬੜਾ
ਇਮੈਚੁਰ ਮੰਨਿਆ ਜਾਂਦਾ ਸੀ, ਕੋਈ ਉਹਨਾਂ ਨੂੰ ਪੱਪੂ ਕਹਿ ਕੇ ਛੇੜਦਾ ਸੀ, ਕੋਈ ਹੋਰ ਗੱਲ ਕਰਦਾ ਸੀ। ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਸੜਕਾਂ ਰਾਹੀਂ ਪੈਦਲ ਯਾਤਰਾ ਪੂਰੇ ਦੇਸ਼ ਦੇ ਵਿੱਚ ਕੀਤੀ, ਲੋਕਾਂ ਨੂੰ ਆਪਣੇ ਨਾਲ ਜੋੜਿਆ, ਜਿਹਦਾ ਯਾਤਰਾ ਦਾ ਨਾਮ ਵੀ ਉਹਨਾਂ ਨੇ ਭਾਰਤ ਜੋੜੋ ਯਾਤਰਾ ਰੱਖਿਆ ਔਰ ਵੱਖ-ਵੱਖ ਤਬਕੇ ਦੇ ਲੋਕਾਂ ਨੂੰ ਮਿਲੇ, ਪਾਰਟੀ ਨੂੰ ਸੰਗਠਿਤ ਕਰਨ ਦਾ ਉਹਨਾਂ ਨੇ ਯਤਨ ਕੀਤਾ। ਹੋਏ ਵੀ ਉਹਦੇ ਵਿੱਚ ਸਫਲ, ਲੋਕਾਂ ਨੂੰ ਫਿਰ ਆਪਣੀ ਪਾਰਟੀ ਨੂੰ ਪੁਨਰ ਜੀਵਿਤ ਕਰਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ। ਪਰ ਨਾਲ ਦੇ ਨਾਲ ਹੀ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈਗਾ, ਉਹਦੇ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਸੀ, ਜਿਹਦੇ ਵਿੱਚ ਉਹਨਾਂ ਨੇ ਮੋਦੀ ਸਰਨੇਮ ਦੇ ਵਿੱਚ ਸਭ ਨੂੰ ਚੋਰਾਂ ਦੀ ਗੱਲ ਕੀਤੀ ਸੀ ਕਿ ਸਭ ਚੋਰਾਂ ਦਾ ਨਾਮ ਜਿਹੜਾ ਸਰਨੇਮ ਹੁੰਦਾ ਮੋਦੀ ਕਿਉਂ ਹੁੰਦਾ। ਉਸੇ ਤਹਿਤ ਉਹਨਾਂ ਨੂੰ ਉਸ ਦੇ ਵਿੱਚ ਸਜ਼ਾ ਹੁੰਦੀ ਹੈ 2 ਸਾਲ ਦੀ। ਉਹਦੇ ਤਹਿਤ ਹੀ ਉਹਨਾਂ ਨੂੰ ਜਿਹੜਾ ਪਾਰਲੀਮੈਂਟਰੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਉਹਦੇ ਉੱਤੋਂ ਆਪਣੀ ਪਾਰਲੀਮੈਂਟਰੀ ਮੈਂਬਰ ਪਾਰਲੀਮੈਂਟ ਦੀ ਮੈਂਬਰਸ਼ਿਪ ਦੇ ਉੱਤੋਂ ਡਿਸਕੁਆਲੀਫਾਈ ਕੀਤਾ ਜਾਂਦਾ। ਫਿਰ ਬਹੁਤ ਹੋ-ਹੱਲਾ ਮੱਚਦਾ ਆ, ਬਹੁਤ ਸਾਰੀਆਂ ਗੱਲਾਂ ਏਦਾਂ ਹੁੰਦੀਆਂ ਕਿ ਰਾਹੁਲ ਗਾਂਧੀ ਮਜ਼ਬੂਤ ਹੋ ਗਏ ਸੀ, ਉਹਨਾਂ ਨੂੰ ਤੋੜਨ ਵਾਸਤੇ, ਉਹਨਾਂ ਦੀ ਕਾਟ ਕੱਢਣ ਵਾਸਤੇ ਏਦਾਂ ਦਾ ਤਰੀਕਾ ਅਪਣਾਇਆ ਗਿਆ। ਪਰ ਦੇਸ਼ ਦੀ ਨਿਆਂ ਪ੍ਰਣਾਲੀ ਦੇ ਉੱਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਵਾਲ ਚਿੰਨ੍ਹ ਨਹੀਂ ਖੜਾ ਕਰਦੇ। ਬੇਸ਼ੱਕ ਰਾਹੁਲ ਗਾਂਧੀ ਨਾਲ ਜੋ ਵੀ ਐਪੀਸੋਡ ਜੁੜੇ ਆ, ਉਹ ਵਾਕਿਆ ਤੇ ਪੇਸ਼ ਆਏ, ਉਹਦੇ ਵਕੂਆ ਵੀ ਜਿਹੜੇ ਆ ਵਾਕਈ ਪੇਸ਼ ਆਏ, ਇਸੇ ਕਰਕੇ ਉਹਨਾਂ ਨੂੰ ਸਜ਼ਾ ਮਿਲੀ ਆ। ਪਰ ਇਸ ਦੇ ਨਾਲ-ਨਾਲ ਹੀ ਫਿਰ ਉਹਨਾਂ ਨੂੰ ਜ਼ਮਾਨਤ ਮਿਲ ਗਈ। ਫਿਰ ਉਹਨਾਂ ਦੀ ਜਿਹੜੀ ਇਸ ਡਿਸਕੁਆਲੀਫਿਕੇਸ਼ਨ ਦੇ ਵਿੱਚ ਜੋ ਵੀ ਪੈਟਰਨ ਸਜ਼ਾ ਦਾ ਹੈਗਾ, ਉਹਦੇ ਉੱਤੇ ਜਿਹੜੀ ਆ ਅਜੇ ਸਟੇ ਲੱਗਣਾ ਜਾਂ ਉਹਦੀ ਅੱਗੋਂ ਸੁਣਵਾਈ ਹੋਣੀ ਆ, ਸਾਰੇ ਤੌਰ ਤਰੀਕੇ ਸਾਹਮਣੇ ਆਉਣੇ ਆ। ਇਹ ਮਾਮਲਾ ਸਬ ਜੁਡਿਸ ਹੈਗਾ। ਸਾਨੂੰ ਦੇਸ਼ ਦੀ ਨਿਆਂ ਪ੍ਰਣਾਲੀ ਦਾ ਸਤਿਕਾਰ ਜਿਹੜਾ ਉਹ ਕਰਨਾ ਚਾਹੀਦਾ। ਪਰ ਇਸ ਦੇ ਨਾਲ-ਨਾਲ ਰਾਹੁਲ ਗਾਂਧੀ ਜਿਹੜਾ ਅਜੇ ਵੀ ਮੈਂ ਇਹ ਸਮਝ ਸਕਦਾ ਹਾਂ ਕਿ ਕਾਂਗਰਸ ਪਾਰਟੀ ਜਿੰਨੀ ਪੁਰਾਣੀ ਪਾਰਟੀ ਆ, ਜਿੰਨੀ ਮਜ਼ਬੂਤ ਪਾਰਟੀ ਕਿਸੇ ਸਮੇਂ ਦੇ ਵਿੱਚ ਰਹੀ, ਲੰਮੇ ਟੈਨਿਓਰ ਦੇ ਵਿੱਚ ਦੇਸ਼ ਦੇ ਵਿੱਚ ਇਹਨਾਂ ਨੇ ਰਾਜ ਕੀਤਾ। ਪਰ ਅੱਜ ਦੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਇਹਨਾਂ ਦੇ ਵਿੱਚ ਆਪਸੀ ਧੜਾਬੰਦੀ ਨੂੰ ਜਿਹੜਾ ਰੋਕਿਆ ਨਹੀਂ ਜਾ ਰਿਹਾ। ਆਪਸੀ ਜਿਹੜੀ ਗੁੱਟਬਾਜ਼ੀ ਹੈਗੀ ਆ ਕਾਂਗਰਸ ਦੇ ਵਿੱਚ ਬੜੇ ਵੱਡੇ ਲੈਵਲ ਤੇ ਹਾਵੀ ਹੈਗੀ ਆ। ਕੁਝ ਵੀ ਨਾ ਗੱਲ ਕਰੀਏ ਤੇ ਆਪਣੇ ਪੰਜਾਬ ਦੀ ਗੱਲ ਕਰ ਲਈਏ, ਇੱਕ ਲੀਡਰ ਖੱਬੇ ਨੂੰ ਜਾਂਦਾ, ਦੂਸਰਾ ਸੱਜੇ ਨੂੰ ਜਾਂਦਾ। ਇੱਕ ਪੂਰਬ ਦੀ ਗੱਲ ਕਰਦਾ, ਦੂਸਰਾ ਪੱਛਮ ਦੀ ਗੱਲ ਕਰਦਾ। ਜਿੰਨੀ ਦੇਰ ਤੱਕ ਯੂਨਿਟੀ ਨਹੀਂ ਹੁੰਦੀ, ਦੇਰ ਤੱਕ ਇਹਨਾਂ ਦੇ ਵਿੱਚ ਡਿਸਪਲਿਨ ਨਹੀਂ ਆਉਂਦਾ। ਸਧਾਰਨ ਗੱਲ ਹੀ ਕਰ ਲਈਏ ਕਿ ਨਵਜੋਤ ਸਿੰਘ ਸਿੱਧੂ ਦਾ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਦੇ ਵਿੱਚ ਪ੍ਰਚਾਰ ਕਰਨ ਜਾਣਾ ਕਿ ਨਹੀਂ ਜਾਣਾ। ਉਹ ਰਿਹਾ ਹੁੰਦੇ ਆ ਤੇ ਬਹੁਤ ਸਾਰੇ ਲੀਡਰ ਜਿਹੜੇ ਉਹਨਾਂ ਨਾਲ ਕੋਈ ਵੈਲ ਵਿਸ਼ਰ ਬਣ ਕੇ ਉਹਨਾਂ ਦੇ ਜਾਂਦੇ ਨਹੀਂ ਜਾਂ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਦੇ। ਜਿਹੜੇ ਕਾਂਗਰਸ ਲੀਡਰ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਲੈਵਲ ਤੇ ਵੱਡੇ ਲੀਡਰ ਪਾਰਟੀਆਂ ਸ਼ਾਮਲ ਹੋਏ ਸੀ, ਉਹ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਗਏ। ਸੋ ਇੱਥੋਂ ਸਮਝ ਆਉਂਦਾ ਕਿ ਗੁੱਟਬਾਜ਼ੀ ਬੜੇ ਵੱਡੇ ਲੈਵਲ ਤੇ ਹਾਵੀ ਹੈਗੀ ਆ ਕਾਂਗਰਸ ਪਾਰਟੀ ਦੇ ਵਿੱਚ। ਜੇ ਇਹ ਆਪਣੀ ਗੁੱਟਬਾਜ਼ੀ ਤੋਂ ਪਾਰ ਪਾ ਲੈਣ, ਜੇ ਡਿਸਪਲਿਨ ਦੇ ਵਿੱਚ ਪਾਰ ਪਾ ਲੈਣ, ਔਰ ਫਿਰ ਜਿਸ ਤਰ੍ਹਾਂ ਤੁਸੀਂ ਗੱਲ ਕੀਤਾ ਕਿ ਇੱਕ ਆਪੋਜੀਸ਼ਨ ਵੱਡੇ ਲੈਵਲ ਤੇ ਨੈਸ਼ਨਲੀ ਕ੍ਰੀਏਟ ਹੋ ਰਹੀ ਹੈ ਕਿ ਸਾਰੀਆਂ ਧਿਰਾਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਵਾਸਤੇ ਇਕੱਠ ਕਰਨਗੀਆਂ। ਤੇ ਜੇ ਇਹ ਸਾਰੀਆਂ ਗੱਲਾਂ ਤੋਂ ਇਹ ਅਬੂਰ ਪਾ ਲੈਣ, ਜੇ ਇਕੱਠੇ ਹੋ ਜਾਣ, ਸਾਰੀਆਂ ਗੱਲਾਂ ਤੋਂ ਪਾਰ ਪਾ ਲੈਣ, ਤੇ ਫਿਰ ਅਸੀਂ ਸਮਝ ਸਕਦੇ ਹਾਂ ਕਿ ਰਾਹੁਲ ਗਾਂਧੀ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਐਸਾ ਜੀ ਜਿਹੜਾ ਕਾਂਗਰਸ ਪਾਰਟੀ ਨੂੰ ਜੇ ਲੀਡ ਕਰਦਾ, ਤੇ ਉਹ ਭਾਰਤੀ ਜਨਤਾ ਪਾਰਟੀ ਨੂੰ 2024 ਦੀਆਂ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਟੱਕਰ ਦੇਣ ਦੇ ਵਿੱਚ ਸਮਰੱਥ ਹੋ ਸਕਦਾ। ਪਰ ਜੇ ਇਹ ਸਾਰੀਆਂ ਚੀਜ਼ਾਂ ਤੇ ਇਹ ਭਾਰ ਨਹੀਂ ਪਾ ਪਾਉਂਦੇ ਤੇ ਕਾਂਗਰਸ ਪਾਰਟੀ ਫਿਰ ਉਦਾਂ ਦੇ ਮੁਹਾਵ ਦੇ ਵਿੱਚ ਖੜੀ ਆ ਜਿੱਥੇ ਕਿ ਨਾ ਅੱਗੇ ਤੇ ਨਾ ਪਿੱਛੇ। ਲੋਕ ਵੀ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੁੰਦੇ ਜਾ ਰਹੇ ਆ। ਇਸ ਤਰੀਕੇ ਦੇ ਨਾਲ 2024 ਦੀਆਂ ਚੋਣਾਂ ਜਿਹੜੀਆਂ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਦੀ ਲੀਡਰਸ਼ਿਪ ਦੇ ਵਿੱਚ ਦੇਸ਼ ਦੇ ਵਿੱਚ ਸਰਕਾਰ ਇਸ ਤਰੀਕੇ ਦੇ ਨਾਲ ਤੇ ਨਹੀਂ ਬਣਾ ਸਕਦੀ। ਜੀ ਪਵਨ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ ਪਵਨ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ।